हाँ जी, गुड इवनिंग। ਅੱਜ ਅਸੀਂ ਇੱਕ ਬਹੁਤ ਇੰਪੋਰਟੈਂਟ ਟੌਪਿਕ ਕਰਨ ਜਾ ਰਹੇ ਹਾਂ, ਸੋਸ਼ੀਓ ਰਿਲੀਜੀਅਸ ਰਿਫਾਰਮ ਮੂਵਮੈਂਟਸ। ਇੰਡੀਆ ਦੇ ਵਿੱਚ ਸਾਨੂੰ ਪਤਾ ਹੈ ਤਕਰੀਬਨ 300 ਸਾਲ ਵਾਂਗੂ ਅੰਗਰੇਜ਼ਾਂ ਨੇ ਰਾਜ ਕੀਤਾ ਹੈ ਨਾ। ਤਾਂ ਅੰਗਰੇਜ਼ਾਂ ਨੇ ਇੱਥੇ ਆ ਕੇ ਆਪਣਾ ਜਦੋਂ ਸਾਰਾ ਰਾਜ ਪ੍ਰਬੰਧ ਫੈਲਾਇਆ, ਉਸ ਸਮੇਂ ਦੇ ਦੌਰਾਨ ਉਹਨਾਂ ਨੇ ਸਾਨੂੰ ਐਜੂਕੇਸ਼ਨ ਦਿੱਤੀ ਅਤੇ ਉਹ ਸਾਡੇ ਲਈ ਬਹੁਤ ਫਾਇਦੇਮੰਦ ਰਹੀ। ਠੀਕ ਹੈ, ਇਹਨੂੰ ਬੰਦ ਕਰ ਦਿਓ। ਐਜੂਕੇਸ਼ਨ ਦੇ ਨਾਲ ਅਸੀਂ ਉਹਨਾਂ ਦੀ ਪੜ੍ਹਾਈ ਹੋਈ ਐਜੂਕੇਸ਼ਨ ਦੇ ਨਾਲ ਹੀ ਬਾਅਦ 'ਚ ਉਹਨਾਂ ਨੂੰ ਸਾਡੇ ਦੇਸ਼ 'ਚੋਂ ਬਾਹਰ ਕੱਢਿਆ। ਠੀਕ ਹੈ ਨਾ, ਕਿਉਂਕਿ ਇੰਗਲਿਸ਼ ਐਜੂਕੇਸ਼ਨ ਬਹੁਤ ਅਵੇਕਨਿੰਗ ਸੀਗੀ ਇੰਗਲੈਂਡ ਦੇ ਵਿੱਚ ਜਾਂ ਪੂਰੇ ਯੂਰਪ ਦੇ ਵਿੱਚ। ਬਹੁਤ ਟਾਈਮ ਪਹਿਲਾਂ ਤੋਂ ਹੀ ਰੈਨੇਸਾਂ ਹੁੰਦਾ ਹੈ, ਪੁਨਰ ਜਾਗਰਣ ਆ ਚੁੱਕਿਆ ਸੀ। ਅਤੇ ਉਹਨਾਂ ਦਿਨਾਂ 'ਚ ਜਦੋਂ ਸਾਡੇ ਦੇਸ਼ 'ਤੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀਗਾ, ਸਾਡਾ ਦੇਸ਼ ਹਜੇ ਵੀ ਵਹਿਮਾਂ ਭਰਮਾਂ 'ਚ ਪਿਆ ਹੋਇਆ ਸੀਗਾ। ਠੀਕ ਹੈ ਜੀ। ਪਰ ਆਪਾਂ ਜਦੋਂ ਹੁਣ ਡਿਸਕਸ ਕਰਾਂਗੇ, ਫਿਰ ਕਈ ਇੱਦਾਂ ਦੇ ਸੂਝਵਾਨ ਵਿਅਕਤੀ, ਨੌਜਵਾਨ ਉਦੋਂ ਦੇ ਲੋਕ ਸੀਗੇ ਜਿਹੜੇ ਵੈਲ ਐਜੂਕੇਟਿਡ ਸੀਗੇ, ਜਿਨ੍ਹਾਂ ਲੋਕਾਂ ਬਾਰੇ ਮੈਂ ਤੁਹਾਨੂੰ ਪੜ੍ਹਾਊਂਗਾ। 90% ਆਫ ਦੈਮ ਆਰ ਐਜੂਕੇਟਿਡ, ਹਾਈਲੀ ਐਜੂਕੇਟਿਡ। ਠੀਕ ਹੈ ਨਾ। ਅਤੇ ਉਹਨਾਂ ਨੇ ਫਿਰ ਕੀ ਕੀਤਾ, ਮਤਲਬ ਸਮਾਜ ਨੂੰ ਉਹਨਾਂ ਨੇ ਜਾਗਰੂਕ ਕੀਤਾ, ਅਵੇਕਨਿੰਗ ਦਾ ਕੰਮ ਕੀਤਾ। ਠੀਕ ਹੈ। ਤਾਂ ਜਦੋਂ ਵੀ ਅਸੀਂ ਸੋਸ਼ੀਓ ਰਿਲੀਜੀਅਸ ਮੂਵਮੈਂਟਸ ਦੀ ਗੱਲ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਨਾਮ ਆਉਂਦਾ ਜੀ ਰਾਜਾ ਰਾਮ ਮੋਹਨ ਰਾਏ ਦਾ। ਠੀਕ ਹੈ। ਹੀ ਵਾਜ਼ ਅ ਬੰਗਾਲੀ, ਹੀ ਵਾਜ਼ ਅ ਪੋਲੀਗਲੋਟ ਦਾ ਮਤਲਬ ਉਹਨਾਂ ਨੂੰ ਬਹੁਤ ਸਾਰੀਆਂ ਲੈਂਗੁਏਜਿਸ ਦਾ ਗਿਆਨ ਸੀਗਾ। ਠੀਕ ਹੈ ਨਾ। ਇੱਕ ਵਾਰੀ ਕਿਸੇ ਨੇ ਉਹਨੂੰ ਪੁੱਛਿਆ ਵੀ ਤੂੰ ਹੈ ਕੌਣ ਹੈ, ਉਹ ਕਹਿੰਦਾ ਮੈਂ ਬ੍ਰਾਹਮਣ ਹਾਂ। ਰਾਜਾ ਰਾਮ ਮੋਹਨ ਰਾਏ ਕਹਿੰਦਾ ਮੈਂ ਬ੍ਰਾਹਮਣ ਹਾਂ। ਕਹਿੰਦਾ ਤੂੰ ਬ੍ਰਾਹਮਣ ਕਿੱਦਾਂ ਹੋ ਸਕਦਾ, ਤੂੰ ਤਾਂ ਕੁਰਾਨ ਪੜ੍ਹਦਾ। ਉਹ ਕਹਿੰਦਾ ਮੈਂ ਕੁਰਾਨ ਨਹੀਂ ਪੜ੍ਹਦਾ ਇਕੱਲੀ, ਮੈਂ ਬਾਈਬਲ ਵੀ ਪੜ੍ਹਦਾ, ਅਤੇ ਮੈਂ ਹੋਰ ਵੀ ਜਿੰਨੇ ਵੀ ਧਰਮ ਨੇ ਉਹਨਾਂ ਸਾਰਿਆਂ ਦੇ ਪਵਿੱਤਰ ਗ੍ਰੰਥ ਪੜ੍ਹਦਾ। ਸੋ ਮਤਲਬ ਬਹੁਤ ਇੰਟੈਲੀਜੈਂਟ। ਆਪਾਂ ਨੂੰ ਕਿੰਨੀਆਂ ਕੁ ਲੈਂਗੁਏਜਿਸ ਆਉਂਦੀਆਂ ਹੁੰਦੀਆਂ, ਹਿੰਦੀ, ਪੰਜਾਬੀ, ਇੰਗਲਿਸ਼, ਬਸ ਖਤਮ, ਸਾਡੀ ਕਹਾਣੀ ਮੁੱਕ ਜਾਂਦੀ ਹੈ ਇੱਥੇ ਹੀ। ਪਰ ਇਹ ਗੱਲਾਂ ਸਾਰੀਆਂ 1800 ਦੀਆਂ ਚੱਲ ਰਹੀਆਂ, 1820, 1830। ਠੀਕ ਹੈ ਨਾ। 1833 ਤੱਕ ਇਹਨਾਂ ਦੀ ਡੈਥ ਹੀ ਹੋ ਗਈ। ਤਾਂ ਉਹਨਾਂ ਦਿਨਾਂ 'ਚ ਵੀ ਇਹਨਾਂ ਨੂੰ ਇੰਨੀਆਂ ਸਾਰੀਆਂ ਲੈਂਗੁਏਜਿਸ ਆਉਂਦੀਆਂ ਸੀਗਾ, ਡਜ਼ਨਸ ਆਫ ਲੈਂਗੁਏਜਿਸ। ਤਾਂ ਸੋਚੋ ਕਿਸ ਲੈਵਲ ਦਾ ਬੰਦਾ ਹੋਣਾ। ਰਾਜਾ ਰਾਮ ਮੋਹਨ ਰਾਏ ਨੂੰ ਫਾਦਰ ਆਫ ਇੰਡੀਅਨ ਰੈਨੇਸਾ ਕਿਹਾ ਜਾਂਦਾ। ਰੈਨੇਸਾ ਦਾ ਮਤਲਬ ਪੁਨਰ ਜਾਗਰਣ, ਪੁਨਰ ਜਾਗ੍ਰਿਤੀ। ਉਹ ਤਾਂ ਖੈਰ ਸਾਡੀ ਹਜੇ ਵੀ ਨਹੀਂ ਹੋਈ, ਹਜੇ ਵੀ ਅਸੀਂ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ 'ਚ ਪਏ ਹੋਏ ਹਾਂ। ਵੀਰਵਾਰ ਨੂੰ ਵਾਲ ਨਹੀਂ ਕੱਟਣੇ, ਨਹੁੰ ਨਹੀਂ ਕੱਟਣੇ, ਵੀਰਵਾਰ ਨੂੰ ਚਿਕਨ ਨਹੀਂ ਖਾਣਾ, ਬਾਕੀ ਦਿਨ ਖਾਓ। ਠੀਕ ਹੈ ਜੀ। ਸੋ ਕਹਿਣ ਦਾ ਮਤਲਬ ਇਹ ਸਭ ਵਹਿਮ ਭਰਮ ਨਹੀਂ। ਤਾਂ ਖਾਣਾ ਤਾਂ ਖਾਓ, ਜੇ ਨਹੀਂ ਖਾਣਾ ਤਾਂ ਕੰਪਲੀਟਲੀ ਨਾ ਖਾਓ। ਅਸੀਂ ਵੀ ਮਤਲਬ ਕਿ ਡਬਲ ਮਾਈਂਡਡ ਲੋਕ ਹਾਂ। ਠੀਕ ਹੈ ਨਾ। ਐਨੀਵੇਜ਼, ਇਹ ਤੋਂ ਇਲਾਵਾ ਮੇਕਰ ਆਫ ਮਾਡਰਨ ਇੰਡੀਆ, ਇਹਨਾਂ ਦੀਆਂ ਮੈਂ ਤੁਹਾਨੂੰ ਇੰਨੀਆਂ ਗੱਲਾਂ ਦੱਸੂੰਗਾ, ਤੁਸੀਂ ਆਪ ਹੀ ਕਹਿ ਦੇਣਾ ਬਿਲਕੁਲ ਸਹੀ ਸਰ। ਇਹਨਾਂ ਦੀ ਜਿਹੜੀ ਸੋਚ ਅੱਜ ਤੋਂ 100 ਸਾਲ ਪਹਿਲਾਂ ਸੀ, 200 ਸਾਲ ਪਹਿਲਾਂ ਕਹਿ ਲਓ, ਕਿਉਂਕਿ 1833 2011। ਠੀਕ ਹੈ ਨਾ। ਤਾਂ ਉਹ ਸੋਚ ਅੱਜ ਵੀ ਸਾਡੀ ਨਹੀਂ ਹੈਗੀ। ਰਾਜਾ ਰਾਮ ਮੋਹਨ ਰਾਏ ਸਾਇੰਟੀਫਿਕ ਅਪਰੋਚ ਵਰਤਦੇ ਸੀਗੇ। ਇਹ ਹਮੇਸ਼ਾ ਕੀ ਕਰਦੇ ਸੀ, ਧਰਮ ਗ੍ਰੰਥਾਂ ਨੂੰ ਲੈ ਕੇ ਉਹਦੇ 'ਚੋਂ ਪੋਜ਼ੀਟਿਵ ਚੀਜ਼ਾਂ ਚੱਕ ਲੈਂਦੇ ਸੀ, ਉਹਨੂੰ ਸਾਇੰਸ ਦੇ ਨਾਲ ਮਿਕਸ ਕਰਕੇ ਲੋਕਾਂ ਦੇ ਅੱਗੇ ਪ੍ਰੈਜ਼ੈਂਟ ਕਰਦੇ ਸੀ ਵੀ ਜੇ ਨੌਨ ਵੈਜ ਨਹੀਂ ਖਾਣਾ ਤਾਂ ਉਹਦੇ ਫਾਇਦੇ ਵੀ ਦੱਸਣੇ ਆ, ਫਿਰ ਵੈਜੀਟੇਰੀਅਨਿਜ਼ਮ ਦੇ ਫਾਇਦੇ ਵੀ ਦੱਸਣੇ। ਠੀਕ ਹੈ ਨਾ। ਤਾਂ ਉਸ ਤੋਂ ਬਾਅਦ ਜਿਹੜਾ ਹੁਣ ਕਰੋਨਾ ਵਾਇਰਸ ਫੈਲਿਆ, ਇਹੀ ਕਿਹਾ ਜਾਂਦਾ ਸੀ ਨਾ ਕਿ ਵੁਹਾਨ ਦੇ ਵਿੱਚ ਜਿਹੜੀ ਉਹ ਇੱਕ ਮਾਰਕੀਟ ਹੈ, ਵੈਟ ਮਾਰਕੀਟ, ਉਹਦੇ 'ਚੋਂ ਆਇਆ ਵੁਹਾਨ ਦੇ ਵਿੱਚ, ਰਾਈਟ। ਸੋ ਮੋਨੋਥਿਜ਼ਮ 'ਚ ਬਿਲੀਵ ਕਰਦੇ ਸੀ। ਮੈਂ ਇੱਕ ਗੱਲ ਸੋਚ ਰਿਹਾ ਸੀ, ਸਪੋਜ਼ ਕਰੋ ਹਜ਼ਾਰਾਂ ਲੋਕਾਂ ਦੀ ਭੀੜ ਇੱਕ ਇਸ ਸਾਈਡ 'ਤੇ, ਮੰਨ ਲਓ ਹਿੰਦੂਆਂ ਦੀ, ਅਤੇ ਦੂਜੇ ਸਾਈਡ 'ਤੇ ਮੁਸਲਮਾਨਾਂ ਦੀ ਲੜਨ ਆ ਰਹੀ ਇੱਕ ਦੂਜੇ ਦੇ ਨਾਲ। ਧਾਰਮਿਕ ਦੰਗੇ ਤਾਂ ਸਾਡੇ ਦੇਸ਼ 'ਚ ਹੁੰਦੇ ਹੀ ਰਹਿੰਦੇ ਨੇ ਧਰਮ ਦੇ ਬੇਸ 'ਤੇ। ਤੁਸੀਂ ਉਹਨਾਂ 'ਚੋਂ ਕਿਸੇ ਵੀ ਦੰਗਈ ਨੂੰ ਬੁਲਾ ਕੇ ਪੁੱਛ ਲਿਓ, ਕਹਿੰਦੇ ਬਈ ਰੱਬ ਕਿੰਨੇ ਨੇ, ਉਹਨੇ ਕਹਿਣਾ ਸਰ ਰੱਬ ਤਾਂ ਇੱਕ ਹੈ। ਉਹਨੇ ਆਪ ਇਹ ਗੱਲ ਕਹਿਣੀ ਹੈ, ਪਰ ਫਿਰ ਉਹ ਦੰਗੇ ਕਰ ਰਹੇ ਨੇ ਕਿ ਇਹ ਅਸੀਂ ਸਾਰੇ ਗੱਲ ਕਹਿੰਦੇ ਨਹੀਂ ਹੈਗੇ ਰੱਬ ਇੱਕ ਹੈ। ਇਹੀ ਗੱਲ ਇਹਨਾਂ ਨੇ ਕਹੀ ਸੀ। ਪਰ ਫਿਰ ਅਲੱਗ-ਅਲੱਗ ਕਿਉਂ ਧਰਮ ਨੇ? ਸਮਾਜ ਤਾਂ ਸਾਡੇ ਲੋਕਾਂ ਨੇ ਮਿਲ ਕੇ ਬਣਾਇਆ ਹੈ। ਤਾਂ ਕਹਿਣ ਦਾ ਮਤਲਬ ਉੱਥੇ ਆ ਜਾਂਦਾ ਕਿ ਸਾਡੇ ਜਿਹੜੇ ਡਬਲ ਸਟੈਂਡਰਡ ਥਿੰਕਿੰਗ ਹੈ। ਮੋਨੋਥਿਜ਼ਮ 'ਚ ਬਿਲੀਵ ਕਰਦੇ ਸੀ, ਰੱਬ ਇੱਕੋ ਹੀ ਹੈ, ਕਹਿੰਦੇ ਜਿਹਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਇੱਕੋ ਹੀ ਹੈ। ਸਾਰੇ ਧਰਮ ਗ੍ਰੰਥਾਂ ਦਾ ਨਿਚੋੜ ਕੱਢ ਲਿਆ। ਉਸ ਤੋਂ ਬਾਅਦ ਇਹਨਾਂ ਨੇ ਕਿਤਾਬ ਲਿਖੀ ਗਿਫਟ ਟੂ ਮੋਨੋਥੀਸਟ, ਵੀ ਜਿਹੜੇ ਲੋਕ ਮੋਨੋਥਿਜ਼ਮ ਨੂੰ ਮੰਨਣਗੇ ਉਹਨਾਂ ਦੇ ਲਈ ਇੱਕ ਕਿਤਾਬ ਲਿਖੀ। ਇਹਨੂੰ ਪੜ੍ਹ ਕੇ ਤੁਹਾਨੂੰ ਕਹਿੰਦਾ ਕਿੰਨੇ ਬੈਨੀਫਿਟਸ ਨੇ, ਤੁਸੀਂ ਭਾਈਚਾਰਾ ਬਣਾ ਕੇ ਰੱਖੋ, ਸੋਸਾਇਟੀ ਬਹੁਤ ਅੱਗੇ ਤੱਕ ਜਾ ਸਕਦੀ ਹੈ। ਤਾਂ ਇਹਨਾਂ ਦੀ ਕਿਤਾਬ ਦਾ ਨਾਮ ਕੀ ਸੀ, ਗਿਫਟ ਟੂ ਮੋਨੋਥੀਸਟ। ਮੋਨੋਥਿਜ਼ਮ ਦਾ ਮਤਲਬ ਸਮਝ ਆ ਗਿਆ। ਫਿਰ ਇਹਨਾਂ ਨੇ ਵੇਦਾਂ ਅਤੇ ਉਪਨਿਸ਼ਦਾਂ ਨੂੰ ਬੰਗਾਲੀ 'ਚ ਟਰਾਂਸਲੇਟ ਕੀਤਾ। ਲੋਕ ਕਹਿੰਦੇ ਸਾਡੇ ਵੇਦਾਂ 'ਚ ਐਂ ਲਿਖਿਆ, ਆਪਾਂ ਨੂੰ ਪਤਾ ਹੀ ਨਹੀਂ ਵੇਦਾਂ 'ਚ ਕੀ ਲਿਖਿਆ, ਜਾਂ ਕਿਸੇ ਹੋਰ ਧਾਰਮਿਕ ਗ੍ਰੰਥ 'ਚ ਲੜ ਪਾ ਪੈਂਦੇ ਉਹਦੇ ਪਿੱਛੇ। ਇਹਨਾਂ ਨੇ ਵਾਕਈ 'ਚ ਪੜ੍ਹੇ ਸਾਰੇ, ਇੰਗਲਿਸ਼ ਪੜ੍ਹੀ, ਹੋਰ ਲੈਂਗੁਏਜਿਸ ਪੜ੍ਹੀਆਂ ਇਸ ਕਰਕੇ ਤਾਂ ਕਿ ਹੋਰ ਧਰਮਾਂ ਦੀਆਂ ਹੋਰ ਬੁੱਕਸ ਪੜ੍ਹ ਸਕਣ।
उस तो बाद 1814 ਦੇ ਵਿੱਚ ਸਭ ਤੋਂ ਪਹਿਲੇ ਜਿਹੜੀ ਸਭਾ ਬਣਾਈ ਇਹਨਾਂ ਨੇ ਉਹਦਾ ਨਾਮ ਸੀ ਆਤਮੀय ਸਭਾ। ਇਹ ਸਭ ਤੋਂ ਮੇਨ ਆਰਗੇਨਾਈਜੇਸ਼ਨ ਹੈ, ਫਸਟ ਆਰਗੇਨਾਈਜੇਸ਼ਨ ਇਹਨਾਂ ਦੀ ਜਿਹੜੀ ਇਹਨਾਂ ਨੇ ਬਣਾਈ। IAS ਦੇ ਐਗਜ਼ਾਮ 'ਚ ਕੁਐਸਚਨ ਵੀ ਆਇਆ ਸੀ ਇੱਕ ਵਾਰੀ, ਸਿੰਪਲੀ ਪੁੱਛਿਆ ਸੀ ਵੀ ਆਤਮੀय ਸਭਾ ਕਿਹਨੇ ਬਣਾਈ, ਠੀਕ ਹੈ ਨਾ। ਬ੍ਰਹਮੋ ਸਮਾਜ ਬਾਰੇ ਤਾਂ ਪਤਾ ਹੀ ਹੁੰਦਾ ਸਾਰਿਆਂ ਨੂੰ। ਫਿਰ ਇਹਨਾਂ ਦੇ ਮੇਨ ਮੁੱਦੇ ਕੀ ਸੀਗੇ ਕਿ ਤਾਂ ਕਾਸਟ ਸਿਸਟਮ ਨੂੰ ਅਪੋਜ਼ ਕਰਦੇ ਸੀ ਇਹ, ਵੀ ਕਾਸਟ ਸਿਸਟਮ ਮਾੜੀ ਚੀਜ਼ ਹੈ, ਸਾਰੇ ਬਰਾਬਰ ਨੇ, ਇਕੁਅਲ ਨੇ। ਆਈਡੋਲੇਟਰੀ यानी मूर्ति पूजा गलत है। तीसरा रिचुअल्स, ਜਿਹੜੇ ਇਦਾਂ ਦੇ ਕੁਝ ਸਾਡੇ ਰਿਚੁਅल्स ਬਣੇ ਹੋਏ ਨੇ, ਰਿਚੁਅल्स ਦਾ ਮਤਲਬ ਰੀਤੀ ਰਿਵਾਜ ਬਣੇ ਹੋਏ ਨੇ ਜਿਹੜੇ ਸਾਨੂੰ ਨੁਕਸਾਨ ਪਹੁੰਚਾ ਰਹੇ ਨੇ, ਹਜੇ ਵੀ ਉਦੋਂ ਵੀ ਪਹੁੰਚਾਉਂਦੇ ਸੀ। ਜਿਵੇਂ ਸਤੀ ਪ੍ਰਥਾ ਜਿਹੜੀ ਹੈ ਉਹ ਇਹਨਾਂ ਨੇ ਬੈਨ ਕਰਵਾਈ ਹੈ 1829 ਚ। ਇੱਕ ਹੋਰ ਕਿਤਾਬ ਲਿਖੀ ਪਰਸੈਪਟਸ ਆਫ ਜੀਸਸ, ਜਿਹਦੇ ਵਿੱਚ ਇਹਨਾਂ ਨੇ ਕ੍ਰਿਸਚੈਨਿਟੀ ਦੀ ਜਿਹੜੀਆਂ ਬੁੱਕਸ ਸੀਗੀਆਂ, ਨਿਊ ਟੈਸਟਾਮੈਂਟ ਕਰਕੇ ਬੁੱਕ ਹੁੰਦੀ ਹੈ ਕ੍ਰਿਸਚੈਨਿਟੀ 'ਚ, ਉਹਦੇ ਤਰਕਾਂ ਨੂੰ ਉਪਨਿਸ਼ਦਾਂ ਦੇ ਨਾਲ ਕੰਪੈਰੀਜ਼ਨ ਕੀਤਾ। ਫਿਰ ਲੋਕਾਂ ਨੂੰ ਕਿਹਾ ਵੀ ਦੇਖੋ ਸੇਮ ਹੀ ਹੈ ਸਭ, ਸਮਝ ਲਓ। ਅੱਗੇ ਚੱਲਦੇ ਹਾਂ। ਰਾਜਾ ਰਾਮ ਮੋਹਨ ਰਾਏ ਨੇ ਫਿਰ ਕੀ ਬਣਾਇਆ, ਆਤਮੀय ਸਭਾ ਤੋਂ ਬਾਅਦ ਬ੍ਰਹਮੋ ਸਭਾ ਬਣਾਈ। ਇਹ ਕਿਉਂ ਬਣਾਈ ਮੈਂ ਦੱਸਦਾ। ਗੱਲ ਐ ਹੋਈ ਕਿ ਉਹ ਕਹਿੰਦੇ ਮੈਂ ਨਵਾਂ ਪੂਜਣ ਦੇ ਨਵੇਂ ਤਰੀਕਾ, ਪੂਜਾ ਕਰਦੇ ਨਾ ਸਾਰੇ, ਸਵੇਰੇ ਪਾਠ ਕਰਦੇ ਆ, ਪੂਜਾ ਕਰਦੇ ਆ, ਪਾਠ ਪੂਜਾ ਕਰਨ ਦੇ ਨਵੇਂ ਤਰੀਕੇ ਇਹਨਾਂ ਨੇ ਉਹ 'ਚ ਬਣਾਏ, ਦੱਸੇ, ਠੀਕ ਹੈ ਜੀ। ਉਹ ਤੋਂ ਬਾਅਦ ਫਿਰ ਇਹਨਾਂ ਨੇ ਉਸੇ ਨੂੰ ਬਾਅਦ 'ਚ ਜਾ ਕੇ ਬ੍ਰਹਮੋ ਸਮਾਜ ਦਾ ਨਾਮ ਦਿੱਤਾ, ਜਿਹਨੂੰ ਅਸੀਂ ਜਾਣਦੇ ਹਾਂ ਬ੍ਰਹਮੋ ਸਮਾਜ ਨੂੰ, ਠੀਕ ਹੈ ਜੀ। ਅੱਗੇ ਚੱਲਦੇ ਹਾਂ। ਸਭ ਤੋਂ ਮੇਨ ਤਾਂ ਇਹਨਾਂ ਦਾ ਜਿਹੜਾ ਸੀਗਾ ਉਹ ਸਤੀ ਦੇ ਖਿਲਾਫ ਹੀ ਸੀਗਾ, ਜੋ ਰਿਫਾਰਮ ਇਹਨਾਂ ਨੇ ਕੀਤਾ। ਵਿਲੀਅਮ ਬੈਂਟਿਕ ਉਦੋਂ ਸਾਡੇ ਇੰਡੀਆ ਦੇ ਗਵਰਨਰ ਜਨਰਲ ਹੁੰਦੇ ਸੀਗੇ, ਫਸਟ ਗਵਰਨਰ ਜਨਰਲ ਆਫ ਇੰਡੀਆ ਵਿਲੀਅਮ ਬੈਂਟਿਕ। ਉਹਨਾਂ ਨੂੰ ਵੀ, ਲਾਰਡ ਵਿਲੀਅਮ ਬੈਂਟਿਕ ਨੂੰ ਵੀ ਫਾਦਰ ਆਫ ਮਾਡਰਨ ਐਜੂਕੇਸ਼ਨ ਇਨ ਇੰਡੀਆ ਕਿਹਾ ਜਾਂਦਾ। ਉਹਨਾਂ ਨੇ ਸਤੀ ਪ੍ਰਥਾ ਨੂੰ ਬੈਨ ਕੀਤਾ, ਇੱਕ ਰੈਗੂਲੇਸ਼ਨ ਪਾਸ ਕੀਤੀ 1829 ਚ। ਹੁਣ ਲੋਕ ਹਮੇਸ਼ਾ ਕਹਿੰਦੇ ਤਾਂ ਹੈਗੇ ਠੀਕ ਹੈ ਸਤੀ ਨੂੰ ਬੈਨ ਕੀਤਾ, ਸਤੀ ਕਿਉਂ ਕੀਤੀ ਜਾਂਦੀ ਸੀ, ਵਾਈ ਸਤੀ ਵਾਸ ਡਨ। ਸਤੀ ਇਸ ਕਰਕੇ ਕਰਦੇ ਸੀ, ਇੱਕ ਤਾਂ ਜਿਹੜੇ ਰਾਜੇ ਮਹਾਰਾਜੇ ਸੀ ਨਾ, ਅਪਰ ਕਾਸਟ ਦੇ ਲੋਕ ਹਮੇਸ਼ਾ ਸਤੀ ਕਰਦੇ ਹੁੰਦੇ ਸੀ, ਲੋਅਰ ਕਾਸਟ ਦੇ ਲੋਕ ਕਦੇ ਸਤੀ ਨਹੀਂ ਕਰਦੇ ਸੀ। ਅਪਰ ਕਾਸਟ ਦੇ ਲੋਕ ਕੀ ਸੋਚਦੇ ਸੀ ਰਾਜੇ ਮਹਾਰਾਜੇ, ਵੀ ਜਦੋਂ ਮੈਂ ਮਰ ਜਾਊਂਗਾ ਤਾਂ ਮੇਰੀ ਵਾਈਫ ਹੈ ਜਿਹੜੀ ਉਹ ਕਿਸੇ ਹੋਰ ਨਾਲ ਵਿਆਹ ਕਰਾ ਕੇ ਕਿਉਂ ਕੀ ਕਹਿੰਦੇ ਵੀ ਗੁਲਛਰਰੇ ਉਡਾਊਗੀ। ਗੱਲ ਸਮਝ ਆਈ? ਇਹ ਇਸ ਕਰਕੇ ਡਰ ਲੱਗਦਾ ਸੀ ਉਹਨਾਂ ਨੂੰ। ਦੂਜੀ ਗੱਲ, ਰਿਸ਼ਤੇਦਾਰ ਜਿਹੜੇ ਭਰਾ ਹੁੰਦੇ ਸੀ ਰਾਜੇ ਮਹਾਰਾਜੇ ਦੇ, ਉਹ ਚਾਹੁੰਦੇ ਸੀਗੇ ਇਹ ਮਰੇ, ਇਹਦੀ ਵਾਈਫ ਵੀ ਮਰੇ ਨਾਲ ਹੀ, ਇਹਨਾਂ ਦਾ ਵੰਸ਼ ਖਤਮ ਹੋ ਜੇ, ਫਿਰ ਅਸੀਂ ਰਾਜ ਪ੍ਰਬੰਧ ਸਾਰਾ ਸੰਭਾਲ ਲਈਏ। ਸਤੀ ਹਮੇਸ਼ਾ ਰਾਜਪੂਤਾਂ 'ਚ, ਜ਼ਿਆਦਾਤਰ ਰਾਜਪੂਤਾਂ 'ਚ ਕੀਤੀ ਜਾਂਦੀ ਸੀ, ਅਪਰ ਕਲਾਸ। ਸੋਚੋ ਹੁਣ ਵੀ ਇਹੋ ਜਿਹੇ ਅੰਕੜੇ ਹੈਗੇ ਨੇ ਕਿ ਇੰਡੀਆ ਦੇ ਵਿੱਚ ਜ਼ਿਆਦਾ ਫੀਮੇਲ ਇਨਫੈਂਟੀਸਾਈਡ, ਭਰੂਣ ਹੱਤਿਆ ਕੌਣ ਕਰਦੇ ਨੇ? ਸ਼ਹਿਰਾਂ ਦੇ ਲੋਕ ਕਰਦੇ ਨੇ, ਪੜ੍ਹੇ ਲਿਖੇ। ਸਭ ਤੋਂ ਘੱਟ ਪਤਾ ਕੌਣ ਕਰਦੇ ਨੇ ਭਰੂਣ ਹੱਤਿਆ? ਆਦੀਵਾਸੀ। ਸਿਰਫ ਇਸ ਕਰਕੇ ਨਹੀਂ ਕਿ ਉਹਨਾਂ ਕੋਲੇ ਸਾਧਨ ਨਹੀਂ ਹੈਗੇ, ਸਗੋਂ ਇਸ ਕਰਕੇ ਵੀ ਕਿ ਉਹ ਰਿਸਪੈਕਟੇਬਲ ਪੋਜੀਸ਼ਨ ਦਿੰਦੇ ਨੇ ਅੱਜ ਵੀ ਵੂਮਨ ਨੂੰ, ਠੀਕ ਆ। ਹੁਣ ਇਹਨਾਂ ਨੇ ਡੇਵਿਡ ਹੇਅਰ ਦੇ ਨਾਲ ਮਿਲ ਕੇ ਹਿੰਦੂ ਕਾਲਜ ਬਣਵਾਇਆ 1817 ਚ। ਹੁਣ ਹਿੰਦੂ ਕਾਲਜ ਬਣਵਾਇਆ ਇਸੇ ਕਰਕੇ ਵੀ ਲੋਕਾਂ ਨੂੰ ਆਪਾਂ ਐਜੂਕੇਟ ਕਰੀਏ। ਜਦੋਂ ਅਸਲ 'ਚ ਇੱਕ ਗੱਲ ਹੋਰ ਹੈ, ਵੈਸੇ ਹਿੰਦੂਆਂ ਦੀ ਮਾਈਥੋਲੋਜੀ ਦੇ ਵਿੱਚ ਸਤੀ ਦਾ ਜ਼ਿਕਰ ਹੈਗਾ, ਪਰ ਉਪਨਿਸ਼ਦਾਂ 'ਚ ਲਿਖਿਆ ਵੀ ਇਹ ਚੀਜ਼ ਗਲਤ ਹੈ। ਇਹਨਾਂ ਨੇ ਡਾਕੂਮੈਂਟ ਸਾਰੇ ਜਿਹੜੇ ਗ੍ਰੰਥ ਸੀਗੇ, ਧਰਮ ਗ੍ਰੰਥ ਸੀਗੇ, ਉਹਨਾਂ 'ਚ ਪ੍ਰੂਵ ਕੀਤਾ ਕਿ ਦੇਖੋ ਸਤੀ ਧਰਮ 'ਚ ਤਾਂ ਕਦੇ ਲਿਖਿਆ ਹੀ ਨਹੀਂ ਹੈਗਾ ਵੀ ਕਰਨੀ ਹੈ, ਖਿਲਾਫ ਹੈ ਤਾਂ ਸਾਡੇ ਧਰਮ 'ਚ। ਤਾਂ ਇਸ ਗੱਲ ਨੂੰ ਲੋਕਾਂ ਨੂੰ ਦੱਸਿਆ। ਉਸ ਤੋਂ ਬਾਅਦ ਇਹਨਾਂ ਨੇ ਵੇਦਾਂਤਾ ਕਾਲਜ ਦੀ ਸਥਾਪਨਾ ਕੀਤੀ, ਬੰਗਾਲ ਦੇ ਵਿੱਚ ਹੀ ਹੋਇਆ ਸਭ ਇਹ। ਫਿਰ ਆ ਜਿਹੜੇ ਹੈਗੇ ਦਵਿੰਦਰਨਾਥ ਟੈਗੋਰ, ਠੀਕ ਹੈ ਜੀ, ਇਹਨਾਂ ਨੇ ਬਾਅਦ ਦੇ ਵਿੱਚ ਬ੍ਰਹਮੋ ਸਮਾਜ ਜੁਆਇਨ ਕੀਤਾ। ਇਹ ਤੋਂ ਪਹਿਲਾਂ ਇਹਨਾਂ ਦੀ ਇੱਕ ਤੱਤਵ ਬੋਧਨੀ ਸਭਾ ਸੀ ਜਿਹੜੀ ਚਲਾਉਂਦੇ ਸੀ, ਉਹਦੇ ਵੀ ਜਿਹੜੇ ਏਮ ਸੀਗੇ ਉਹ ਸੇਮ ਹੀ ਸੀਗੇ। ਦਵਿੰਦਰਨਾਥ ਟੈਗੋਰ ਤੱਤਵ ਬੋਧਨੀ ਸਭਾ, ਬ੍ਰਹਮੋ ਸਮਾਜ ਜੁਆਇਨ ਕੀਤਾ 1842 ਚ। ਉਦੋਂ ਤੱਕ ਰਾਜਾ ਰਾਮ ਮੋਹਨ ਰਾਏ ਦੀ ਡੈਥ ਹੋ ਚੁੱਕੀ ਸੀ। ਉਹਨਾਂ ਦੀ ਜਿਹੜੀ ਡੈਥ ਹੈ ਉਹ ਇੰਗਲੈਂਡ 'ਚ ਹੋਈ, ਠੀਕ ਹੈ ਜੀ। ਤੇ ਰਾਜਾ ਰਾਮ ਮੋਹਨ ਰਾਏ ਨੂੰ ਰਾਜਾ ਦੀ ਉਪਾਧੀ ਕਿਹਨੇ ਦਿੱਤੀ? ਮੁਗਲ ਐਂਪਰਰ, ਜਿਹੜਾ ਲੇਟਰ ਮੁਗਲ ਦੇ ਵਿੱਚ ਐਂਪਰਰ ਸੀਗਾ, ਅਕਬਰ II, ਠੀਕ ਹੈ ਨਾ। ਕਿਉਂਕਿ ਇਹਨਾਂ ਨੇ ਉਹਨਾਂ ਦੇ ਕੁਝ ਡਿਮਾਂਡਸ ਸੀਗੀਆਂ ਜਿਹੜੀਆਂ ਉਹ ਬ੍ਰਿਟਿਸ਼ ਗਵਰਨਮੈਂਟ ਦੇ ਅੱਗੇ ਜਾ ਕੇ ਰੱਖੀਆਂ, ਇਸ ਕਰਕੇ ਉਹਨਾਂ ਨੇ ਇਹਨੂੰ ਰਾਜਾ ਦੀ ਉਪਾਧੀ ਦਿੱਤੀ। ਅਦਰਵਾਈਜ਼ ਹੀ ਵਾਸ ਨੋਟ ਅ ਰਾਜਾ। ਉੱਦਾਂ ਹੀ ਬਿਲੋਂਗਸ ਟੂ ਐਨ ਐਫਲੂਐਂਟ ਫੈਮਿਲੀ, ਅੱਛੀ ਫੈਮਿਲੀ ਤੋਂ ਬਿਲੋਂਗ ਕਰਦੇ ਸੀ, ਪਰ ਹੀ ਵਾਸ ਨੋਟ ਅ ਰਾਜਾ। ਇਹ ਤਾਂ ਸਿਰਫ ਇਹਨਾਂ ਨੂੰ ਇੱਕ ਟਾਈਟਲ ਮਿਲਿਆ ਹੋਇਆ ਸੀ। ਚਲੋ ਹੁਣ ਦਵਿੰਦਰਨਾਥ ਟੈਗੋਰ ਆਪਾਂ ਪੜ੍ਹਿਆ, ਇਹਨਾਂ ਨੇ ਹੀ ਕੀ ਕੀਤਾ, ਕੇਸ਼ਵ ਚੰਦਰ ਸੇਨ ਨਾਮ ਦੇ ਇੱਕ ਪਰਸਨ ਸੀਗੇ, ਇਹਨਾਂ ਨੂੰ ਬ੍ਰਹਮੋ ਸਮਾਜ ਦਾ ਮੈਂਬਰ ਬਣਾਇਆ, ਠੀਕ ਹੈ। ਪਰ ਇਹ ਇੱਕ ਬਹੁਤ ਰੈਵੋਲਿਊਸ਼ਨਰੀ
ਪਰਸਨ ਸੀ। ਇਹਨੇ ਜੀ ਬ੍ਰਹਮੋ ਸਮਾਜ ਨੂੰ ਇੱਕ ਨਵੀਂ ਹਾਈਟ ਤੇ ਲੈ ਗਏ, ਨਵੀਂ ਉਚਾਈ ਤੇ ਲੈ ਗਏ। ਲੇਕਿਨ ਕੀ ਹੋਇਆ, ਕਿਉਂਕਿ ਬ੍ਰਹਮੋ ਸਮਾਜ ਦੇ ਵਿੱਚ ਸਾਰੀਆਂ ਗੱਲਾਂ ਇਹੀ ਸੀਗੀਆਂ ਨਾ ਕਿ ਸਤੀ ਪ੍ਰਥਾ ਨਾ ਕਰੋ, ਵਿਡੋ ਰੀਮੈਰਿਜ ਕਰੋ। ਇਹ ਸਾਰੇ ਜਿਹੜੇ ਇਹਨਾਂ ਨੇ ਆਪਣੀ ਬੇਟੀ ਦਾ ਵਿਆਹ, ਨਾਬਾਲਿਗ ਬੇਟੀ ਦਾ ਵਿਆਹ ਕਿਸੇ ਮਹਾਰਾਜੇ ਨਾਲ ਕਰਤਾ ਹੈ ਨਾ, ਜਿਹਦੇ ਕਰਕੇ ਕੀ ਹੋਇਆ, ਦਵਿੰਦਰਨਾਥ ਟੈਗੋਰ ਨੇ ਕਿਹਾ ਵੀ ਆਪਣਾ ਤਾਂ ਮੁੱਦਾ ਹੀ ਨਹੀਂ ਹੈਗਾ ਇਹ, ਤੁਸੀਂ ਸਗੋਂ ਆਪ ਆਪਣੀ ਬੇਟੀ ਦਾ ਵਿਆਹ ਕਰੀ ਜਾਂਦੇ ਹੋ, ਚਾਈਲਡ ਮੈਰਿਜ ਕਰੀ ਜਾਂਦੇ ਹੋ। ਇਸ ਕਰਕੇ ਫਿਰ ਇਹਨਾਂ ਨੂੰ ਬ੍ਰਹਮੋ ਸਮਾਜ ਚੋਂ ਬਾਹਰ ਕੱਢਤਾ ਗਿਆ ਤੇ ਇਹਨਾਂ ਨੇ ਆਪਣਾ ਬ੍ਰਹਮੋ ਸਮਾਜ ਆਫ ਇੰਡੀਆ ਬਣਾ ਲਿਆ ਨਵਾਂ। ਇਹ ਸਭ ਰਾਜਾ ਰਾਮ ਮੋਹਨ ਰਾਏ ਦੇ ਡੈਥ ਤੋਂ ਬਾਅਦ ਦੀਆਂ ਗੱਲਾਂ ਨੇ, ਕਿਉਂਕਿ ਫਿਰ ਜਦੋਂ ਮੇਨ ਪਰਸਨੈਲਿਟੀ, ਇੱਕ ਲੀਡਰ ਚਾਹੀਦਾ ਹੁੰਦਾ ਹਰ ਆਰਗੇਨਾਈਜੇਸ਼ਨ ਨੂੰ, ਇੱਕ ਲੀਡਰ, ਦੋ ਵੀ ਨਹੀਂ, ਇੱਕ, ਜਿਹੜਾ ਉਸ ਆਰਗੇਨਾਈਜੇਸ਼ਨ ਦਾ ਨੇਤਰਤਵ ਕਰੇ, ਹੈ ਨਾ। ਸਟਰੋਂਗ ਲੀਡਰ ਤਾਂ ਹੋਣਾ ਚਾਹੀਦਾ ਨਾ, ਜਿਹਦਾ ਹੋਲਡ ਹੈ। ਉਹ ਫਿਰ ਜਦੋਂ ਮਰ ਗਿਆ ਤੇ ਫਿਰ ਟੁੱਟ ਗਿਆ ਸਾਰਾ ਕੁਝ। ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਸਿੱਖ ਰਾਜ ਜਿਹੜਾ ਹੈਗਾ ਉਹ ਡਿਸਟਰੋਏ ਹੋ ਗਿਆ, ਖਤਮ ਹੋ ਗਿਆ। ਉਸ ਲੈਵਲ ਦਾ ਲੀਡਰ ਆ ਨਹੀਂ ਪਾਇਆ, ਠੀਕ ਹੈ ਨਾ ਜੀ। ਅੱਛਾ, ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਫਿਰ ਦਵਿੰਦਰਨਾਥ ਟੈਗੋਰ ਜਿਹੜੇ ਸੀਗੇ, ਉਹਨਾਂ ਨੇ ਬ੍ਰਹਮੋ ਸਮਾਜ ਦਾ ਇੱਕ ਹੋਰ ਰੂਪ, ਯਾਨੀ ਆਦਿ ਬ੍ਰਹਮੋ ਸਮਾਜ ਬਣਾ ਲਿਆ। ਹੁਣ ਟੁੱਟਣਾ ਸ਼ੁਰੂ ਹੋ ਗਿਆ। ਫਿਰ ਜਿਹੜੇ ਆਨੰਦ ਮੋਹਨ ਬੋਸ ਜਾਂ ਹੋਰ ਜਿਹੜੇ ਲੋਕ ਸੀਗੇ, ਸ਼ਿਵ ਚੰਦਰ ਦੇਵ, ਉਮੇਸ਼ ਚੰਦਰ ਦੱਤ, ਇਹ ਵੀ ਬ੍ਰਹਮੋ ਸਮਾਜ ਦੇ ਮੈਂਬਰ ਸੀਗੇ। ਇਹਨਾਂ ਨੇ ਵੀ ਆਪਣਾ ਬਣਾ ਲਿਆ ਸਧਾਰਨ ਬ੍ਰਹਮੋ ਸਮਾਜ। ਤਾਂ ਦੇਖੋ ਟੁੱਟ ਗਿਆ ਬ੍ਰਹਮੋ ਸਮਾਜ, ਸਪਲਿਟ ਹੋ ਗਿਆ ਕਈ ਸਾਰੇ ਹਿੱਸਿਆਂ 'ਚ। ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ, ਜਿਹੜਾ ਦਿਆਲ ਸਿੰਘ ਕਾਲਜ ਸੀਗਾ ਲਾਹੌਰ ਦੇ ਵਿੱਚ, ਉਹ ਵੀ ਬ੍ਰਹਮੋ ਸਮਾਜ ਵਾਲਿਆਂ ਨੇ ਹੀ ਬਣਵਾਇਆ ਸੀ। ਫਿਰ ਇਹਨਾਂ ਦਾ ਮੇਨ ਏਮ ਇਹੀ ਸੀਗਾ ਵੀ ਹੁਣ ਆਪਾਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਖੋਲ੍ਹਣੇ ਆ ਪੂਰੇ ਇੰਡੀਆ 'ਚ। ਪਰ ਜਦੋਂ ਰਾਜਾ ਰਾਮ ਮੋਹਨ ਰਾਏ ਦੀ ਡੈਥ ਹੋ ਗਈ ਤਾਂ ਫਿਰ ਉਹ ਵਿੱਚ ਹੀ ਰਹਿ ਗਿਆ ਸਾਰਾ ਕੁਝ। ਤਾਂ ਬੋਲੋ ਕਲੀਅਰ ਹੈ ਬ੍ਰਹਮੋ ਸਮਾਜ ਬਾਰੇ? ਤਾਂ ਇੱਦਾਂ ਦੇ ਹੋਰ ਵੀ ਬਹੁਤ ਸਾਰੇ ਆਰਗੇਨਾਈਜੇਸ਼ਨਸ ਨੇ। ਹੁਣ ਇਹਨਾਂ ਦੇ ਮੇਨ ਏਮ ਕੀ ਸੀਗੇ, ਮੁੱਦੇ ਕੀ ਸੀਗੇ, ਮੈਂ ਤੁਹਾਨੂੰ ਦੱਸਤਾ ਕਿ ਇੱਕ ਤਾਂ ਆਈਡਲ ਵਰਸ਼ਿਪ ਨਹੀਂ ਕਰਨੀ, ਜਿਹੜੀਆਂ ਸੁਸਾਇਟੀ ਦੇ ਵਿੱਚ ਏਵਿਲਸ ਨੇ, ਜਿੰਨੇ ਵੀ ਕੁਰੀਤੀਆਂ ਨੇ ਉਹਨੂੰ ਬਾਹਰ ਕੱਢਣਾ, ਸਤੀ ਨੂੰ ਤਾਂ ਬੈਨ ਕਰਾ ਦਿੱਤਾ ਇਹਨਾਂ ਨੇ, ਠੀਕ ਹੈ ਜੀ। ਚਲੋ ਹੁਣ ਅੱਗੇ ਆ ਗਿਆ ਪ੍ਰਾਰਥਨਾ ਸਮਾਜ। ਦੇਖੋ ਜੀ, ਬ੍ਰਹਮੋ ਸਮਾਜ ਇੰਨਾ ਜ਼ਿਆਦਾ ਫੈਲ ਚੁੱਕਿਆ ਸੀਗਾ, ਜਾਂ ਇੰਨਾ ਵਧੀਆ ਉਹਦੇ ਆਈਡੀਆ ਸੀਗੇ ਕਿ ਵੱਖਰੀ ਜਿਹੜੇ ਸਟੇਟਸ ਸੀਗੀਆਂ ਉਦੋਂ, ਉਹਨਾਂ ਦੇ ਵਿੱਚ ਵੀ ਨਵੀਆਂ ਸੰਸਥਾਵਾਂ ਬਣਨ ਲੱਗ ਗਈਆਂ ਤੇ ਬ੍ਰਹਮੋ ਸਮਾਜ ਦੇ ਆਈਡੀਆਜ਼ ਨੂੰ ਪ੍ਰਮੋਟ ਕਰਨ ਦੇ ਲਈ। ਜਿੱਦਾਂ ਆਤਮਾਰਾਮ ਪਾਂਡੂਰੰਗ ਸੀਗੇ ਬੰਬੇ ਦੇ ਵਿੱਚ, ਇਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਕੀ ਕੀਤਾ, ਬ੍ਰਹਮੋ ਸਮਾਜ ਦੇ ਆਈਡੀਆਜ਼ ਨੂੰ ਫੈਲਾਉਣ ਵਾਸਤੇ ਪ੍ਰਾਰਥਨਾ ਸਮਾਜ ਸ਼ੁਰੂ ਕੀਤਾ। ਬਸ ਵੱਖਰਾ ਨਾਮ ਰੱਖ ਲਿਆ ਬਸ, ਪਰ ਆਈਡੀਆ ਸੇਮ ਹੀ ਨੇ। ਫਿਰ ਇਹਨਾਂ ਦੇ ਜਿਹੜੇ ਸਾਰੇ ਟੀਚੇ ਸੀਗੇ, ਉਹ ਮੈਂ ਤੁਹਾਨੂੰ ਪਹਿਲਾਂ ਆਪਾਂ ਬ੍ਰਹਮੋ ਸਮਾਜ 'ਚ ਪੜ੍ਹ ਹੀ ਲਏ। ਹੁਣ ਇਹਨਾਂ ਦਾ ਮੇਨ ਜਿਹੜਾ ਮੁੱਦਾ ਸੀਗਾ ਇੱਕ ਹੋਰ ਸੀ ਵੀ ਵਿਡੋ ਰੀਮੈਰਿਜ ਉੱਪਰ ਵੀ ਇਹਨਾਂ ਨੇ ਕੰਮ ਕੀਤਾ, ਵੀ ਵਿਡੋ ਦੀ ਮੈਰਿਜ ਹੋਣੀ ਚਾਹੀਦੀ ਹੈ ਦੁਬਾਰਾ, ਕਿਉਂਕਿ ਪਹਿਲਾਂ ਤਾਂ ਵਿਡੋ ਨੂੰ ਸਤੀ ਕਰ ਦਿੰਦੇ ਸੀ, ਪਰ ਜੇ ਹੁਣ ਸਤੀ ਨਹੀਂ ਕਰ ਰਹੇ, ਹੁਣ ਵਿਡੋ ਵੀ ਪਤਾ ਕਿਵੇਂ ਹੁੰਦਾ ਸੀ, ਛੋਟੀਆਂ ਬੱਚਿਆਂ ਦੇ ਰਿਸ਼ਤੇ ਹੋ ਜਾਂਦੇ ਸੀਗੇ, ਉਹ ਰਹਿੰਦੇ ਆਪਣੇ ਘਰੇ ਹੀ ਸੀਗੇ, ਪਰ ਸਪੋਜ਼ ਲੜਕੇ ਦੀ ਡੈਥ ਹੋ ਗਈ ਤਾਂ ਵਿਡੋ ਬਣ ਗਈ। ਛੋਟੀ ਜਿਹੀ ਕੁੜੀ ਮੰਨ ਲਓ 6-7 ਸਾਲ ਦੀ, ਉਹਨੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਨੇ ਵੀ ਉਹ ਵਿਡੋ ਹੈ, ਇਹ ਹਾਲਾਤ ਸੀ। ਫਿਰ ਡੀ ਕੇ ਕਰਵੇ ਹੈਗੇ ਜੀ, ਡੀ ਕੇ ਕਰਵੇ ਇਹਨਾਂ ਦੇ ਲੀਡਰ ਸੀਗੇ ਪ੍ਰਾਰਥਨਾ ਸਮਾਜ ਦੇ। ਇਹਨਾਂ ਨੇ ਖੁਦ ਇੱਕ ਮਿਸਾਲ ਪੇਸ਼ ਕਰਨ ਦੇ ਲਈ ਇੱਕ ਵਿਡੋ ਨਾਲ ਮੈਰਿਜ ਕਰਾਈ। ਇਹ ਸੋਸ਼ਲ ਰਿਫਾਰਮਰ ਸੀਗੇ, ਕਹਿੰਦੇ ਚੈਰਿਟੀ ਬਿਗਨਸ ਐਟ ਹੋਮ। ਖੁਦ ਜੇ ਆਪਾਂ ਕੋਈ ਕੰਮ ਕਰਾਂਗੇ ਤਾਂ ਹੀ ਤਾਂ ਫਿਰ ਲੋਕ ਸਾਨੂੰ, ਕਿਉਂ ਜੀ। ਸੋ ਹੋਰ ਇਹਦੇ ਮੈਂਬਰਸ ਨੇ, ਇਹ ਵੀ ਮੋਨੋਥਿਜ਼ਮ ਮੈਂ ਤੁਹਾਨੂੰ ਦੱਸ ਚੁੱਕਿਆ। ਗਿਫਟ ਟੂ ਮੋਨੋਥੀਸਟ ਬਹੁਤ ਇੰਪੋਰਟੈਂਟ ਹੈ ਬੁੱਕ ਰਾਜਾ ਰਾਮ ਮੋਹਨ ਰਾਏ ਦੀ। ਉਹ ਤੋਂ ਬਾਅਦ ਲਿਖਿਆ, ਦੇਖੋ ਮੇਨਲੀ ਸੋਸ਼ਲ ਰਿਫਾਰਮ ਦੇ ਉੱਪਰ ਫੋਕਸ ਕਰਦੇ ਸੀ ਇਹ, ਧਰਮ ਦੇ ਬਾਰੇ ਜ਼ਿਆਦਾ ਨਹੀਂ ਬੋਲੇ ਇਹ, ਕਿਉਂਕਿ ਧਰਮ ਬਾਰੇ ਬੋਲਣਾ ਇੰਡੀਆ ਦੇ ਵਿੱਚ ਖਤਰਨਾਕ ਸਾਬਿਤ ਹੋ ਸਕਦਾ। ਮੈਂ ਕੋਈ ਇਹ ਜੀ ਗੱਲ ਕਹਿ ਦਾਂ ਹੋਊਗੀ ਸੱਚੀ, ਬਾਹਰ ਦੰਗਈ ਖੜੇ ਹੋ ਜਾਣਗੇ ਆ ਕੇ, ਕਿਉਂ ਜੀ। ਸੋ ਦਿਸ ਇਜ਼ ਕਾਸਟ, ਐਜੂਕੇਸ਼ਨ, ਵਿਡੋ ਰੀਮੈਰਿਜ ਤੇ ਵਿਡੋ ਮੈਰਿਜ ਦੀ ਏਜ ਨੂੰ ਵਧਾਉਣਾ ਇਹਨਾਂ ਦੇ ਮੁੱਖ ਉਦੇਸ਼ ਸੀਗੇ। ਕਲੀਅਰ ਹੈ? ਸੇਮ ਜਿਹੀਆਂ ਗੱਲਾਂ ਨੇ ਫਿਰ ਤਾਂ ਯੰਗ ਬੰਗਾਲ ਮੂਵਮੈਂਟ। ਇਹ ਜੀ ਜਿਹੜਾ ਬੰਗਾਲ ਦਾ ਹਿੰਦੂ ਕਾਲਜ ਹੈ, ਯਾਦ ਹੈ ਤੁਹਾਨੂੰ, ਰਾਜਾ ਰਾਮ ਮੋਹਨ ਰਾਏ ਨੇ ਡੇਵਿਡ ਹੇਅਰ ਦੇ ਨਾਲ ਮਿਲ ਕੇ ਬਣਾਇਆ ਸੀ। ਉੱਥੇ ਦੇ ਟੀਚਰ ਸੀਗੇ ਹੈਨਰੀ ਵਿਵਿਨ ਡੇਰੋਜ਼ੀਓ। ਯੰਗ ਮਾਈਂਡ, ਫ੍ਰੈਂਚ ਰੈਵੋਲੂਸ਼ਨ ਪੜ੍ਹ ਲਿਆ। ਤੁਹਾਡੇ ਚੋਂ ਪੜ੍ਹੇ ਕਿਸੇ ਨੇ ਫ੍ਰੈਂਚ ਰੈਵੋਲੂਸ਼ਨ? ਭੁਪਿੰਦਰ, ਨੈਪੋਲੀਅਨ, ਇੱਕ ਦੋ ਗੱਲਾਂ ਹੀ ਦੱਸ ਦਿਓ ਨੈਪੋਲੀਅਨ ਬਾਰੇ ਜੇ ਕਦੇ ਪੜ੍ਹੀਆਂ ਹੋਣ ਤਾਂ। ਉਹ ਵੀ ਬੜਾ ਮਤਲਬ ਦਮਦਾਰ ਲੀਡਰ। ਇੱਕ ਉਹਨੂੰ ਲੜਕੀ ਪਸੰਦ ਸੀ, ਉਹਦਾ ਕਿਤੇ ਹੋਰ ਵਿਆਹ ਹੋ ਗਿਆ,
वेट की ਉਹਦੇ ਹਸਬੈਂਡ ਦੇ ਮਰਨ ਦੀ, ਫਿਰ ਉਹਨਾਂ ਵਿਆਹ ਕਰਾਇਆ। ਰੈਵੋਲੂਸ਼ਨਰੀ ਮਾਈਂਡਡ, ਉੱਥੇ ਗਿਆ ਇਜਿਪਟ 'ਚ, ਹੋਰ ਕਿੰਨੀਆਂ ਥਾਵਾਂ। ਔਰ ਮਤਲਬ ਉਹ ਤਾਂ ਫਰੈਂਚ ਰੈਵੋਲੂਸ਼ਨ ਜਿਹੜਾ ਸੀਗਾ ਨਾ, ਫਰੈਂਚ ਰੈਵੋਲੂਸ਼ਨ ਬੜਾ ਇੱਕ ਕ੍ਰਾਂਤੀਕਾਰੀ ਲੈਂਡਮਾਰਕ ਹੈ। ਤੁਸੀਂ ਪੜ੍ਹਿਆ ਨਹੀਂ ਹੋਣਾ ਉਹਦੇ ਬਾਰੇ, ਕਿਉਂਕਿ ਸਾਡੇ ਜਿਹੜੇ ਗਵਰਨਮੈਂਟ ਜੋਬ ਦੇ ਐਗਜ਼ਾਮਸ ਨੇ ਉਹ 'ਚ ਨਹੀਂ ਆਉਂਦਾ, ਲੇਕਿਨ ਪੜ੍ਹਨਾ ਚਾਹੀਦਾ। ਤੁਹਾਨੂੰ ਪਤਾ ਹੋ ਜਾਵੇ ਕਿਸ ਤਰ੍ਹਾਂ ਲੋਕ, ਆਮ ਲੋਕ ਨੇ ਜਿਹੜੇ, ਉਹ ਕ੍ਰਾਂਤੀ ਲਿਆ ਸਕਦੇ ਨੇ। ਖੈਰ ਸਾਡੇ ਦੇਸ਼ ਵੀ ਉਹੀ ਹੋਇਆ। ਸਾਡੇ ਜਿਹੜੇ ਫਰੀडम फाइटर ਸੀਗੇ ਉਹ ਸਭ ਇੱਥੋਂ ਪੜ੍ਹ ਕੇ ਤਾਂ ਇਹਨਾਂ ਨੇ ਇੰਸਪੀਰੇਸ਼ਨਸ ਲਈਆਂ ਨੇ। ਫਰੈਂਚ ਰੈਵੋਲੂਸ਼ਨ, ਇੱਕ ਅਮਰੀਕਨ ਰੈਵੋਲੂਸ਼ਨ ਹੋਇਆ ਉਹ ਤੋਂ ਪਹਿਲਾਂ। ਆਪਣੇ ਇੰਡੀਆ ਦੇ ਵਿੱਚ ਜਿਹੜਾ ਪ੍ਰੀਐਂਬਲ ਹੈ ਉਹਦੇ ਵਿੱਚ ਜਿਹੜਾ ਆਪਾਂ ਕੰਸੈਪਟ ਲੈਂਦੇ ਹਾਂ, ਬੋਲੋ ਜਸਟਿਸ, ਲਿਬਰਟੀ, ਇਕੁਐਲਿਟੀ, ਫਰੈਟਰਨਿਟੀ, ਹੈ ਨਾ, ਇਹ ਸਭ ਫਰੈਂਚ ਰੈਵੋਲੂਸ਼ਨ ਅਤੇ ਰਸ਼ੀਅਨ ਰੈਵੋਲੂਸ਼ਨ ਦੇ ਕੰਸੈਪਟ ਹੀ ਨੇ। ਸੋ ਪੜ੍ਹਨੇ ਚਾਹੀਦੇ ਤੁਹਾਨੂੰ। ਰੈਵੋਲੂਸ਼ਨ 3-4 ਹੀ ਨੇ। ਇਹਨੇ ਭਾਈ ਸਾਹਿਬ ਰੈਵੋਲੂਸ਼ਨ ਪੜ੍ਹ ਲਿਆ ਤੇ ਹਰ ਅਥਾਰਟੀ ਨੂੰ ਅਪੋਜ਼ ਕੀਤਾ। ਗਵਰਨਮੈਂਟ ਹੈ ਤਾਂ ਅਪੋਜ਼ ਕਰਤਾ, ਧਾਰਮਿਕ ਸੰਸਥਾਨ ਨੇ ਤਾਂ ਅਪੋਜ਼ ਕਰਤਾ, ਪੋਲੀਟੀਸ਼ੀਅਨਸ ਨੇ ਤਾਂ ਅਪੋਜ਼ ਕਰਤਾ। ਹੁਣ ਸਾਰਿਆਂ ਨੂੰ ਦੁਸ਼ਮਣ ਬਣਾ ਲਓਗੇ ਤਾਂ ਫਿਰ ਪੰਗਾ ਤਾਂ ਪੈ ਹੀ ਜਾਊਗਾ। ਸਟੂਡੈਂਟਸ ਨੂੰ ਇਕੱਠਾ ਕਰ ਲਿਆ, ਆਪਣੇ ਸਟੂਡੈਂਟਸ ਨੂੰ ਕਹਿਣਾ ਘਰੇ ਜਾ ਕੇ ਆਪਣੇ ਮੰਮੀ ਡੈਡੀ ਨੂੰ ਕਹਿ ਦਿਓ ਭਈ ਆਪਣੀ ਛੋਟੀ ਭੈਣ ਦਾ ਵਿਆਹ ਨਹੀਂ ਕਰਨਾ ਘੱਟ ਉਮਰ 'ਚ, ਰੋਟੀ ਨਾ ਖਾਓਗੇ ਨਾ ਘਰੇ ਜਾ ਕੇ। ਹੁਣ ਤੁਸੀਂ ਕਹਿ ਦਿਓ ਵੀ ਮੈਂ ਤਾਂ ਰੋਟੀ ਨਹੀਂ ਖਾਂਦਾ, ਮੈਨੂੰ ਆਈਫੋਨ ਚਾਹੀਦਾ, ਆਈਫੋਨ, ਉਹ ਤਾਂ ਲੈ ਹੀ ਦੇਣਗੇ। ਫਿਰ ਉਹੀ ਕੰਮ ਸੀ ਉਦੋਂ। ਪਰ ਫਿਰ ਵੀ ਕਾਲਜ ਨੇ ਕੱਢਤਾ ਬਾਹਰ, ਕਹਿੰਦੇ ਤੂੰ ਯੂ ਆਰ ਨਾਟ ਗੁੱਡ, ਮਤਲਬ ਤੁਸੀਂ ਸਾਡੇ ਕਾਲਜ ਦੇ ਲਈ ਸਹੀ ਨਹੀਂ ਹੈਗੇ, ਜਾਓ। ਬਸ ਫਿਰ ਉਹ ਤੋਂ ਬਾਅਦ ਕੀ ਹੋਇਆ। ਹੁਣ ਇੱਕ ਗੱਲ ਹੋਰ ਹੈ, ਇਹਨੇ ਕਦੇ ਕਿਸਾਨਾਂ ਦੀ ਗੱਲ ਨਹੀਂ ਕੀਤੀ। ਜੇ ਕਿਸਾਨਾਂ ਨੂੰ ਆਪਣੇ ਨਾਲ ਜੋੜ ਲੈਂਦਾ ਤਾਂ ਹੋਰ ਵੀ ਜ਼ਿਆਦਾ ਬਿਹਤਰ ਹੋ ਜਾਂਦਾ, ਕਿਉਂਕਿ ਸਾਡੇ ਦੇਸ਼ 'ਚ ਜ਼ਿਆਦਾਤਰ ਐਗਰੀਕਲਚਰ ਦੇ ਨਾਲ ਹੀ ਜੁੜੇ ਹੋਏ ਲੋਕ ਨੇ ਕਿੱਥੇ ਨੇ, ਤੇ ਕਿਸਾਨ ਹੀ ਇੱਕ ਇਹੋ ਜਿਹੀ ਕੌਮ ਹੈ ਜਿਹੜੀ ਰੈਵੋਲੂਸ਼ਨ ਪ੍ਰੋਪਰ ਤਰੀਕੇ ਨਾਲ ਕਰ ਸਕਦੀ ਹੈ। ਇੱਕ ਦੁਕਾਨਦਾਰ ਹੈ, ਉਹਨੇ ਦੁਕਾਨ ਖੋਲ੍ਹਣੀ ਆਪਣੀ, ਉਹ ਦੁਕਾਨ ਤੇ ਬੈਠੇ ਕਿ ਰੈਵੋਲੂਸ਼ਨ ਕਰੇ। ਕਿਸਾਨ ਤਾਂ ਚਲੋ ਠੀਕ ਹੈ ਜੀ, ਵੈਸੇ ਕਿਸਾਨੀ 'ਚ ਵੀ ਡੇਲੀ ਸੁਪਰਵਿਜ਼ਨ ਚਾਹੀਦੀ ਹੈ, ਪਰ ਸਟਿਲ ਠੀਕ ਹੈ ਨਾ, ਦੇ ਕੈਨ ਫਾਈਂਡ ਸਮ ਟਾਈਮ। ਐਨੀਵੇਜ਼ ਉਹ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ, ਇਹਨੂੰ ਫਸਟ ਨੈਸ਼ਨਲਿਸਟ ਪੋਇਟ ਆਫ ਮਾਡਰਨ ਇੰਡੀਆ ਕਿਹਾ ਜਾਂਦਾ। ਨੈਸ਼ਨਲਿਸਟ ਮਾਡਰਨ ਪੋਇਟ, ਇਹ ਗੱਲ ਕਹੀ ਕਿਹਨੇ ਸੀ? S.N. ਬੈਨਰਜੀ ਦਾ ਨਾਮ ਸੁਣਿਆ? ਜਿਹੜੇ ਸਭ ਤੋਂ ਪਹਿਲਾਂ ICS ਐਗਜ਼ਾਮ ਕਲੀਅਰ ਕੀਤਾ ਸੀ, ਯਾਦ ਆ? ਪਰ ਉਹ ਏਜ ਦੇ ਚੱਕਰ 'ਚ ਉਹਨੂੰ ਹੈ ਨਾ ਨਹੀਂ ਬਣ ਪਾਏ ਸੀ। ਲਾਰਡ ਲਿਟਨ, ਹੈ ਨਾ, ਇਹਨੂੰ ਹਿੰਦੂ ਕਾਂਗਰਸ ਤੋਂ ਰਿਮੂਵ ਕਰਤਾ ਕਿਉਂਕਿ ਇਹਦੇ ਜਿਹੜੇ ਆਈਡੀਆ ਸੀ ਉਹ ਜ਼ਿਆਦਾ ਹੀ ਰੈਡੀਕਲ ਸੀ, ਬਹੁਤ ਜ਼ਿਆਦਾ ਰੈਡੀਕਲ। ਉਹਨੇ ਕਹਿਤਾ ਤੁਸੀਂ ਐਂ ਕਰਕੇ ਐਂ ਕਰ ਦਿਓ, ਐਂ ਕਰ ਦਿਓ, ਐਂ ਕਰ ਦਿਓ, ਘਰੇ ਜਾ ਕੇ ਐਂ ਕਰ ਦਿਓ, ਉਹ ਕਰ ਦਿਓ, ਖਤਮ। ਪਰ ਇੰਨੀ ਜਲਦੀ ਹੁੰਦਾ ਨਹੀਂ ਸਾਰਾ ਕੁਝ। ਫਿਰ ਇਹਨੂੰ ਪਾਇਨੀਅਰ ਆਫ ਮਾਡਰਨ ਸਿਵਲਾਈਜੇਸ਼ਨ ਆਫ ਬੰਗਾਲ ਵੀ ਕਿਹਾ ਜਾਂਦਾ। ਮਾਡਰਨ ਸਿਵਲਾਈਜੇਸ਼ਨ, ਤੇ ਇਹਨਾਂ ਨੇ ਇੱਕ ਅਕੈਡਮਿਕ ਐਸੋਸੀਏਸ਼ਨ ਨਾਮ ਦੀ ਸੰਸਥਾ ਵੀ ਬਣਾਈ ਸੀ, ਜਿਸ 'ਚ ਸਟੂਡੈਂਟਸ ਇਕੱਠੇ ਹੋ ਕੇ ਬੈਠਦੇ ਸੀ, ਬੁੱਕਸ ਪੜ੍ਹਦੇ ਸੀ, ਡਿਸਕਸ਼ਨਸ ਕਰਦੇ ਸੀ, ਡਿਬੇਟਸ ਕਰਦੇ ਸੀ। ਹੈਨਰੀ ਵਿਵਿਨ ਡਿਰੋਜ਼ੀਓ, ਡਨ। ਫਿਰ ਆਗੇ ਈਸ਼ਵਰ ਚੰਦਰ ਵਿਦਿਆਸਾਗਰ। ਪਰਸਨਲੀ ਮੈਂ ਇਹਨਾਂ ਨੂੰ ਬਹੁਤ ਪਸੰਦ ਕਰਦਾ। ਈਸ਼ਵਰ ਚੰਦਰ ਵਿਦਿਆਸਾਗਰ ਜਿਹੜੇ ਸੀਗੇ, ਉਹਨਾਂ ਨੇ ਸਾਡੇ ਦੇਸ਼ 'ਚ ਵਿਡੋ ਰੀਮੈਰਿਜ ਐਕਟ ਪਾਸ ਕਰਾਇਆ। 1856 ਵੇਲੇ ਲਾਰਡ ਡਲਹੌਜ਼ੀ ਦਾ ਟਾਈਮ ਸੀਗਾ, ਹੀ ਵਾਜ਼ ਦਾ ਗਵਰਨਰ ਜਨਰਲ ਆਫ ਇੰਡੀਆ, ਲਾਰਡ ਡਲਹੌਜ਼ੀ। ਉਦੋਂ ਇਹਨਾਂ ਨੇ ਆਪਣੇ ਦੇਸ਼ 'ਚ 1856 ਦੇ ਵਿੱਚ ਵਿਡੋ ਰੀਮੈਰਿਜ ਐਕਟ ਪਾਸ ਕਰਵਾਇਆ। ਵਿਡੋਜ਼ ਵੀ ਦੁਬਾਰਾ ਮੈਰੀ ਕਰਾ ਸਕਦੀਆਂ ਨੇ, ਅਦਰਵਾਈਜ਼ ਪਹਿਲਾਂ ਇਹ ਪ੍ਰੋਵੀਜ਼ਨ ਨਹੀਂ ਸੀ, ਉਹਨੂੰ ਇਲੀਗਲ ਡਿਕਲੇਅਰ ਕਰ ਦਿੱਤਾ ਜਾਂਦਾ ਸੀ। ਤੇ ਦੇਖੋ ਤੁਸੀਂ, ਲਾਰਡ ਡਲਹੌਜ਼ੀ ਹੋ ਗਿਆ, ਵਿਲੀਅਮ ਬੈਂਟਿਕ ਹੋ ਗਿਆ, ਜਦੋਂ ਇਹਨਾਂ ਨੂੰ ਇੱਦਾਂ ਦੇ ਵਿਦਵਾਨ ਲੋਕ ਗਵਰਨਰ ਜਨਰਲ ਦੇ ਅੱਗੇ ਕੁਝ ਪੇਸ਼ਕਸ਼ ਲੈ ਕੇ ਜਾਂਦੇ ਸੀ ਵੀ ਆਪਾਂ ਨੂੰ ਆਹ ਕਰਨਾ ਚਾਹੀਦਾ, ਤਾਂ ਕਿੰਨੇ ਵਧੀਆ ਤਰੀਕੇ ਨਾਲ ਉਹ ਦੇਖੋ ਮੰਨ ਲੈਂਦੇ ਸੀ ਉਹਨਾਂ ਦੀ ਗੱਲ। ਸੋਚ ਤਾਂ ਪ੍ਰੋਗਰੈਸਿਵ ਸੀ ਗਵਰਨਰ ਜਨਰਲਸ ਦੀ। ਹੁਣ ਇਹ ਵੀ ਦੇਖੋ, ਇਹ ਇੰਡੀਅਨ ਅਤੇ ਵੈਸਟਰਨ ਥਾਟ ਦੇ ਬਲੈਂਡ ਸੀਗੇ, ਦੋਨੋਂ ਚੀਜ਼ਾਂ ਨੂੰ ਮਿਕਸ ਕਰਕੇ। ਮਤਲਬ ਉਹ ਆਪਾਂ ਹੁਣ ਤੱਕ ਜਿੰਨੇ ਲੋਕਾਂ ਦਾ ਨਾਮ ਪੜਿਆ ਉਹ ਸੇਮ ਹੀ ਸੀ ਸਾਰਾ। ਰਾਜਾ ਰਾਮ ਮੋਹਨ ਰਾਏ ਵੀ ਤਾਂ ਇੱਦਾਂ ਹੀ ਕਰਦੇ ਸੀ, ਉਪਨਿਸ਼ਦਾਂ ਦੇ ਵਿੱਚੋਂ ਲੈ ਕੇ ਗਿਆਨ ਸਾਇੰਸ ਨਾਲ ਮਿਕਸ ਕਰਕੇ ਲੋਕਾਂ ਦੇ ਅੱਗੇ ਪੇਸ਼ ਕਰਨਾ, ਵਧੀਆ ਹੋ ਜਾਂਦਾ। ਹਿਊਮਨਿਸਟ ਸੀਗੇ। ਬੰਗਾਲੀ ਪ੍ਰੋਜ਼ ਦਾ ਮਤਲਬ ਲਿਖਣ ਦਾ ਇੱਕ ਤਰੀਕਾ, ਬੰਗਾਲੀ ਪ੍ਰੋਜ਼ ਦਾ ਫਾਦਰ ਕਿਹਾ ਜਾਂਦਾ ਇਹਨਾਂ ਨੂੰ। ਵਿਦਵਾਨ ਲੋਕ ਨੇ ਬਈ ਸਾਰੇ। ਫਿਰ ਇਹ ਸੰਸਕ੍ਰਿਤ ਕਾਲਜ ਦੇ ਪ੍ਰਿੰਸੀਪਲ ਵੀ ਰਹੇ। ਇਹਨਾਂ ਨੇ ਸੰਸਕ੍ਰਿਤ ਕਾਲਜ ਖੋਲੇ ਦਲਿਤਸ ਵਾਸਤੇ। ਖੁਦ ਬ੍ਰਾਹਮਣ ਸੀ, ਪਰ ਇਹਨਾਂ ਨੇ ਕਿਹਾ ਵੀ ਜਿਹੜਾ ਬ੍ਰਾਹਮਣਵਾਦ ਹੈ ਉਹ ਗਲਤ ਹੈ। ਬ੍ਰਾਹਮਣਵਾਦ ਇਨ ਦਾ ਸੈਂਸ ਕਿ ਜੇਕਰ ਤੁਸੀਂ ਬ੍ਰਾਹਮਣ ਹੋ ਕੇ ਆਪਣੇ ਆਪ ਨੂੰ ਉੱਚਾ ਸਾਬਿਤ ਕਰਦੇ ਹੋ ਜਾਂ ਸ਼ੋਅ ਕਰਦੇ ਹੋ ਕਿਸੇ ਨਾਲੋਂ। ਕੁਲੀਨ, ਆਪਣੇ ਆਪ ਨੂੰ ਕੁਲੀਨ ਕਹਿੰਦੇ ਹੋ। ਕੁਲੀਨ ਦਾ ਮਤਲਬ ਮੈਂ ਕੁਲ ਦਾ ਬੱਚਾ, ਮੈਂ ਕੁਲ ਕਿਸੇ ਵਧੀਆ ਕੁਲ ਚੋਂ ਆਉਣਾ, ਸਾਰੇ ਬਰਾਬਰ ਨੇ ਇਹਨਾਂ ਨੇ ਕਿਹਾ।
इन्होंने देखो 35 तो भी ज़्यादा गर्ल्स स्कूल खोले। दस दो मैनू आपां की काम किया इन्होंने बराबर, या किसी होर ने किया होवे, तुसीं देख लो गर्ल्स स्कूल खुद करते सी पूरा एफर्ट करके। बैथ्यून स्कूल सीगा कलकत्ता का, उत्थे दे सैकटरी रहे। बैथ्यून जिहड़ा कॉलेज सीगा बाद कॉलेज बन गया, ये इंडिया का पहला फीमेल कॉलेज सीगा। JED बैथ्यून ने खोलिया सी। सोम प्रकाश, विधवो विवाह अते बहु विवाह, ये इन्हां दियां बुक्स के नाम ने। जिहड़ा विधवो विवाह यानी विधवा विवाह, विडो रीमैरिज के उपर सी, बहु विवाह चाइल्ड मैरिज के उपर सी। ईश्वर चंद्र विद्यासागर, ठीक है जी। विद्यासागर इन्होंने इस करके कहा जाता सी क्योंकि मतलब बहुत ज़्यादा इन्होंने ज्ञान सीगा। यूनीवर्सिटी बंगाल की यूनीवर्सिटी ने इन्होंने इस टाइटल दिता सी, मतलब रिस्पैक्ट के तौर पर। कोई आप नहीं लाते सी अपने नाम के अगे, पर रिस्पैक्ट। बाल शास्त्री जांबेकर, मराठा महाराष्ट्र की आप गल करते हैं। महाराष्ट्र दे विच सब तो पहला जिहड़ा इहनूं फादर ऑफ मराठी जर्नलिज्म भी कहा जाता है। इन्होंने भी देखो ब्राह्मणिकल ऑर्थोडॉक्सी के खिलाफ गल्लां कीतियां। इन्होंने बड़ी ओपोजिशन का सामना करना पैंदा सी। तुसीं करा के दिखा दो इंटरकास्ट मैरिज, मतलब इन्नी जल्दी एक्सैप्ट तो नहीं ना करती साडी सोसाइटी ना जी। उस कास्ट च होनी चाहिए। गल सुन ला तू, होर जो मर्जी कर, समझ रहे हो, पर जो विआह है वह अपनी कास्ट च होना चाहिए। बोलते हैं ना, ये जरूरी नहीं है भी जेडे स्वर्ण ने वो दलित्स नाल ब्याह नहीं करते। दलित्स भी आपस में वंडे हुए ने, स्वर्ण तो आपस में वंडे हो ही हुए ने। साडे कोल एग्जाम्पल्स ने, क्यों जी, साडे कोल एग्जाम्पल्स ने इदां दियां। चलो किसी होर दिन डिस्कस करांगे। दर्पण नाम का इन्हां दा अखबार सीगा। फिर उस तो बाद दिग्दर्शन, जिहदे विच लोकां नूं इन्हां ने न्यूज़पेपर सीगा। साइंस अते हिस्टरी का कॉम्बीनेशन देखो बहुत जरूरी है। साइंस आनी बहुत जरूरी है, थोड़ा तर्क पता लग जाएंगे, थोड़ा कोई बुद्ध नहीं बना पाऊगा। सोडियम है, सोडियम नमक, सोडियम। कोई गल कर रहा है, मैंने बड़ी वजह लगी उसकी गल। कहता जेडे आ ने ना अपने हिंदू तो मुस्लिम, वो हिंदू तो मुसलमानों के वो बोल रहा है कंटैक्सट च। कहता यह सोडियम अते कैल्शियम वर्गे ने, सॉरी क्लोरीन वर्गे। सोडियम अते क्लोरीन, क्लोरीन हुंदा NaCl नमक नूं कहंदे जिहड़ा अपने घरे हुंदा, सोडियम क्लोराइड। हुण सोडियम बड़ी खतरनाक चीज़ है, जेकर तुसीं इहनूं पानी च भी पा दोगे तो उस भी अग ला दिंदा है। क्लोरीन भी बड़ी जल्दी क्रिया कर लैंदा। क्लोरीन जिहड़ी अपनी ब्लीचिंग नहीं हुंदी, ब्लीच क्रीम वगैरह च क्लोरीन नहीं हुंदा, पानी की टैंकी च क्लोरीन पाया जाता ताकि वो कीटाणु मर जाए। मतलब खतरनाक चीज़ां ने दोनों, पर जब इकट्ठे हो जाते हैं बॉन्डिंग बन जाती इन्हां दी, फिर नमक बन गया। फिर किसी ने कुछ नहीं कहता, नमक खाओ भावें जो मर्जी करो, थोड़े हाथ तो नमक पै जाऊगा, नुकसान थोड़ी करूगा। सोडियम रख के दिखा दो, साड़ दूगा। तो इदां दी गल्लां हुण साइंस है, जिन्होंने गल समझ आ गई समझ चुका, इस गल फॉलो कर दूगा। जिन्होंने नहीं आती तो फिर ठीक है, कोई गल नहीं, वो लेट समझूगा थोड़ा जा, क्यों जी। चलो अगे चलते हैं। फिर इन्होंने जिहड़ा हैगा बॉम्बे नेटिव जर्नल लाइब्रेरी भी बनाई, ठीक है। बॉम्बे दे विच लाइब्रेरीज जिहड़ियां यूनीवर्सिटी ऑफ बॉम्बे है, उहदे विच भी इन्हां दे मतलब बुक्स वगैरह का वखरा सैक्शन है। जांबेकर सैक्शन कहते हैं उन्होंने लाइब्रेरी का। एल्फिंस्टन कॉलेज बड़ा फेमस कॉलेज है जी, जिन्हें महान महान परसनैलिटीज़, दादा भाई नरोजी सुनिया, गोपाल कृष्ण गोखले, ये सब लोग इस कॉलेज तो पढ़े। एल्फिंस्टन कॉलेज बहुत हाई मेरिट जाती है। कोलाबा ऑबजरवेटरी के डायरैक्टर भी बने। ऑबजरवेटरी की होंगी जी अपनी तारे वगैरह गिनती एंड ऑल दैट स्टडी करती है। पढ़े लिखे लोग से सारे, वेल क्वालीफाइड पीपल। बाल शास्त्री जांबेकर बारे यही पूछूगा, फर्स्ट मराठा जर्नलिज्म का फादर किनू कहा जाता है, तो फर्स्ट मराठा न्यूज़पेपर किहड़ा सीगा, ठीक है जी। फिर परमहंस मंडली आ गई, ये भी महाराष्ट्र तो बिलोंग करते थे। ददोबा पांडुरंग, इनू कहते हैं फर्स्ट सोशल रिलीजियस ऑर्गेनाइजेशन ऑफ महाराष्ट्र। इन्हां दियां देखो सारे एम इन्हां दे भी सेम ने। धर्म विवेचन करके इन्हां दी बुक सीगी, धर्म विवेचन। जो कोई
ਸੰਗ੍ਰਹਿ ਹੁੰਦਾ ਸੀ, ਕੋਈ ਮੀਟਿੰਗ ਹੁੰਦੀ ਸੀ। ਇਹ ਬ੍ਰਾਹਮਣ ਸੀ ਪਰ ਇਹ ਹਮੇਸ਼ਾ ਦਲਿਤ ਤੋਂ ਭੋਜਨ ਪਕਵਾਉਂਦੇ ਸੀਗੇ ਤੇ ਉਹ ਖਾਂਦੇ ਸੀ। ਉਦੋਂ ਬਹੁਤ ਜ਼ਿਆਦਾ ਇਸ ਚੀਜ਼ ਨੂੰ ਮਤਲਬ ਹੈ ਨਾ ਬਹੁਤ ਟੈਬੂ ਸੀਗਾ, ਅਨਟੱਚੇਬਿਲਿਟੀ ਹੁੰਦੀ ਸੀ, ਛੂਆ ਛਾਤ ਕਹਿੰਦੇ ਨੇ ਜਿਹਨੂੰ। ਤਾਂ ਉਹਨਾਂ ਦਿਨਾਂ 'ਚ ਕਿਸੇ ਦਲਿਤ ਤੇ ਬਣੇ ਹੋਏ ਭੋਜਨ ਨੂੰ ਖਾਣਾ ਇਹ ਬਹੁਤ ਵੱਡੀ ਗੱਲ ਸੀ। ਤੇ ਮਤਲਬ ਜੇਕਰ ਤੁਸੀਂ ਆਪਣਾ ਨਾਮ, ਹੁਣ ਆਪਾਂ ਪੜ੍ਹ ਰਹੇ ਇਹਨਾਂ ਬਾਰੇ, ਆਪਣੇ ਬਾਰੇ ਪੜੂਗਾ ਕੋਈ ਕਿਸੇ ਇਹ ਜਿਹਾ ਕੰਮ ਕਰਨਾ ਪਊਗਾ ਕੋਈ ਨਾ ਕੋਈ ਮਹਾਨ ਅੱਛੀ ਸੋਚ ਦੇ ਨਾਲ, ਠੀਕ ਹੈ ਨਾ ਜੀ। ਅੱਗੇ ਚੱਲਦੇ ਹਾਂ। ਹਾਂਜੀ, ਜੋਤੀਬਾ ਫੂਲੇ, ਸत्य शोधक समाज, सत्य शोधक, ट्रुथ टेलर, ठीक है ना। तो इन्होंने भी महाराष्ट्र ਦੇ ਵਿੱਚ बहुत इंपॉर्टेंट रोल प्ले किया। किमें एक तो जिन्नियां लोअर कास्टां ਹੁੰਦੀਆਂ ਸੀਗੀਆਂ, ਮਾਲੀ ਹੋ ਗਿਆ, ਤੇਲੀ ਹੋ ਗਿਆ, ਕੁਨਬੀ ਹੋ ਗਿਆ, ਇਹਨਾਂ ਲੋਕਾਂ ਦੇ ਸਟੇਟਸ ਨੂੰ ਉੱਪਰ ਲਿਜਾਣ ਵਾਸਤੇ ਕਹਿੰਦੇ ਸੀ ਵੀ ਸਾਡਾ ਕੀ ਕਸੂਰ ਹੈ ਕਿ ਅਸੀਂ ਇਸ ਕਾਸਟ ਦੇ ਵਿੱਚ ਪੈਦਾ ਹੋ ਗਏ ਆ, ਇਹ 'ਚ ਮਾੜਾ ਕੀ ਹੈ। ਇਹਨਾਂ ਦੀ ਵਾਈਫ ਸਵਿਤਰੀਬਾਈ ਫੂਲੇ, ਇਹਨੂੰ ਫਸਟ ਫੀਮੇਲ ਟੀਚਰ ਆਫ ਇੰਡੀਆ ਕਿਹਾ ਜਾਂਦਾ। ਹਾਂ, ਗਰਲ ਸਕੂਲ ਖੋਲੇ ਵਿਡੋਜ਼ ਵਾਸਤੇ, ਇਹਨਾਂ ਨੇ ਸਕੂਲ ਖੋਲੇ। ਗਰਲ ਸਕੂਲ ਤਾਂ ਖੋਲੇ ਗਏ ਸੀ ਪਹਿਲਾਂ, ਈਸ਼ਵਰ ਚੰਦਰ ਵਿਦਿਆਸਾਗਰ ਜੀ ਨੇ ਆਪਾਂ ਪੜ੍ਹਿਆ ਹੋਣੇ, ਕਿਉਂ ਜੀ। ਜੋਤੀਬਾ ਫੂਲੇ ਨੂੰ ਮਹਾਤਮਾ ਕਿਹਾ ਜਾਂਦਾ, ਮਹਾਤਮਾ ਦਾ ਟਾਈਟਲ ਮਿਲਿਆ ਲੋਕਾਂ ਦੁਆਰਾ, ਮਹਾਤਮਾ ਜੋਤੀਬਾ ਫੂਲੇ। ਮਹਾਤਮਾ ਥੋੜੇ ਜਿਹੇ ਲੋਕ ਹੀ ਨੇ, ਮਹਾਤਮਾ ਜੋਤੀਬਾ ਫੂਲੇ, ਫਿਰ ਮਹਾਤਮਾ ਗਾਂਧੀ, ਕਿੰਨੇ ਕੁ ਮਹਾਤਮਾ ਨੇ ਦੇਖ ਲਓ ਤੁਸੀਂ ਇੰਡੀਆ 'ਚ। ਫਿਰ ਇਹਨਾਂ ਨੇ ਵੀ ਸਾਰਵਜਨਿਕ ਸੱਤਿਆ ਧਰਮ ਅਤੇ ਗੁਲਾਮਗਿਰੀ ਨਾਮ ਦੀ ਇਹਨਾਂ ਨੇ ਕਿਤਾਬ ਲਿਖੀ, ਗੁਲਾਮਗਿਰੀ, ਜਿਹਦੇ ਵਿੱਚ ਇਹਨਾਂ ਨੇ ਲੋਅਰ ਕਾਸਟ ਲੋਕਾਂ ਦੇ ਜਿਹੜੇ ਸਟੇਟਸ ਬਾਰੇ ਉਜਾਗਰ ਕੀਤਾ, ਲੋਕਾਂ ਨੂੰ ਦੱਸਿਆ। ਕਾਸਟ ਸਿਸਟਮ ਨੂੰ ਕਹਿੰਦੇ ਅਬੋਲਿਸ਼ ਕਰ ਦਿਓ ਅਤੇ ਬਲਾਈਂਡ ਫੇਥ ਨਾ ਰੱਖੋ। ਗੱਲ ਤਾਂ ਫਿਰ ਉੱਥੇ ਹੈ ਕਿ ਸਾਇੰਸ ਐਂਡ ਮਤਲਬ ਆਪਾਂ ਨੇ ਜਿਹੜੀਆਂ ਕੁਰੀਤੀਆਂ ਨੇ ਉਹਨੂੰ ਕੱਢਣਾ ਬਾਹਰ। ਤਾਂ ਜੋਤੀਬਾ ਫੂਲੇ, ਤੁਸੀਂ ਸत्य शोधक समाज ਅਤੇ ਗੁਲਾਮਗਿਰੀ, ਪੂਨਾ ਵਾਲਾ ਜਿਹੜਾ ਏਰੀਆ ਨਾ, ਉੱਥੇ ਇਹ ਉੱਥੋਂ ਬਿਲੋਂਗ ਕਰਦੇ ਸੀ। ਆ ਦੇਖੋ, ਆ ਜਿਹੜਾ ਮੈਂ ਚੱਕਿਆ ਨਾ, ਗੂਗਲ ਨੇ ਵੀ ਸਵਿਤਰੀਬਾਈ ਫੂਲੇ ਦੀ ਬਰਥ ਐਨੀਵਰਸਰੀ ਸੀ ਜਦੋਂ ਇਹਨਾਂ ਨੇ ਡੂਡਲ ਆਉਂਦੇ ਨਾ, ਗੂਗਲ ਡੂਡਲ ਰਿਮੈਂਬਰੈਂਸ ਵਾਸਤੇ, ਮੈਨੂੰ ਬੜਾ ਚੰਗਾ ਲੱਗਿਆ ਵੀ ਗੂਗਲ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੀ। ਹੈਡ ਤਾਂ ਆਪਣਾ ਇੰਡੀਅਨ ਹੈ ਨਾ ਗੂਗਲ ਦਾ, ਕੀ ਨਾਮ ਹੈ, ਸੁੰਦਰ ਪਿਚਈ, ਆਪਣਾ ਸੁੰਦਰ ਪਿਚਈ। ਗੋਪਾਲ ਹਰੀ ਦੇਸ਼ਮੁਖ, ਦੇਖੋ ਜੀ, ਗੋਪਾਲ ਹਰੀ ਦੇਸ਼ਮੁਖ ਇੱਕ ਸਿੰਪਲ ਕਲਰਕ ਦੀ ਜੋਬ ਇਹਨਾਂ ਨੇ ਜੁਆਇਨ ਕੀਤੀ ਪਹਿਲਾਂ ਬ੍ਰਿਟਿਸ਼ ਗਵਰਨਮੈਂਟ ਦੇ ਅੰਡਰ, ਮੁੜ ਕੇ ਫਿਰ ਇਹ ਜੱਜ ਦੀ ਪੋਸਟ ਤੇ ਪਹੁੰਚੇ ਆਪਣੀ ਮਿਹਨਤ ਦੇ ਨਾਲ। ਇੰਨਾ ਵਧੀਆ ਇਹ ਲੋਕਾਂ ਨੂੰ ਜਸਟਿਸ ਪ੍ਰੋਵਾਈਡ ਕਰਦੇ ਸੀ, ਜਿਸ ਕਰਕੇ ਇਹਨਾਂ ਨੂੰ ਜਸਟਿਸ ਆਫ ਪੀਸ ਜਾਂ ਫਿਰ ਰਾਓ ਬਹਾਦਰ ਦੀ ਉਪਾਧੀ, ਮਤਲਬ ਕਿ ਦਾ ਸਨਮਾਨ ਦਿੱਤਾ ਬ੍ਰਿਟਿਸ਼ ਗਵਰਨਮੈਂਟ ਨੇ। ਇਹ ਤੋਂ ਇਲਾਵਾ ਇਹਨਾਂ ਨੇ ਵੀ ਦੇਸ਼ਮੁਖ ਕਲੈਕਸ਼ਨ ਦੇ ਨਾਮ ਤੇ, ਇਹਨਾਂ ਦੇ ਵੀ ਜਿਹੜੀ ਯੂਨੀਵਰਸਿਟੀ ਆਫ ਬੰਬੇ ਉਹਦੇ ਵਿੱਚ ਦੇਸ਼ਮੁਖ ਕਲੈਕਸ਼ਨ ਲਾਇਬ੍ਰੇਰੀ ਦੇ ਵਿੱਚ ਇਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਵੱਖਰੀਆਂ ਤੌਰ ਤੇ ਰੱਖੀਆਂ ਗਈਆਂ ਨੇ, ਅਲੱਗ ਤੋਂ ਕਲੈਕਸ਼ਨ। ਇਹ ਕਹਿੰਦੇ ਵੀ ਜੇਕਰ ਤੁਹਾਨੂੰ ਧਰਮ ਗਲਤ ਰਸਤੇ ਪਾ ਰਿਹਾ ਹੈ ਜਾਂ ਥੋੜਾ ਨੁਕਸਾਨ ਕਰ ਰਿਹਾ ਹੈ, ਚੇਂਜ ਕਰ ਦਿਓ। ਕਰੋਗੇ ਚੇਂਜ ਧਰਮ? ਕੌਣ ਕਰ ਰਿਹਾ ਬੋਲੋ? ਦੰਗੇ ਹੈ। ਸੋ ਇਹਨਾਂ ਨੇ ਪ੍ਰਭਾਕਰ ਅਤੇ ਹਿਤੇਚੂ ਨਾਮ ਦਾ ਵੀਕਲੀ ਯਾਨੀ ਕਿ ਅਖਬਾਰ ਸ਼ੁਰੂ ਕੀਤਾ, ਵੀ ਹਫ਼ਤੇ 'ਚ ਇੱਕ ਵਾਰੀ ਆਉਂਦਾ। ਹੋਰ ਕਈ ਸਾਰੇ ਬੁੱਕਸ ਨੇ ਇਹਨਾਂ ਦੀਆਂ। ਸਭ ਤੋਂ ਇੰਪੋਰਟੈਂਟ ਇਹ ਹੈ ਲੋਕ ਹਿਤਵਾਦੀ, ਇਹਨਾਂ ਨੂੰ ਕਿਹਾ ਜਾਂਦਾ ਸੀ ਲੋਕ ਹਿਤਵਾਦੀ। ਲੋਕ ਹਿਤਵਾਦੀ ਦੇ ਨਾਮ ਤੋਂ ਹੀ ਇਹ ਆਪਣਾ ਅਖਬਾਰ ਲਿਖਦੇ ਹੁੰਦੇ ਸੀ, ਲੋਕਾਂ ਦੇ ਹਿੱਤ ਦੀ ਰੱਖਿਆ ਕਰਨ ਨਾਲ ਲੋਕ ਹਿਤਵਾਦੀ। ਫਿਰ ਹੋਰ ਕਈ ਸਾਰੀਆਂ ਇਹਨਾਂ ਨੇ ਹਿਸਟਰੀ ਦੇ ਉੱਪਰ ਬੁੱਕਸ ਲਿਖੀਆਂ, ਜਿਵੇਂ ਪਾਣੀਪਤ ਦੇ ਉੱਪਰ, ਗੁਜਰਾਤ ਦੇ ਉੱਪਰ ਤੇ ਸ਼੍ਰੀਲੰਕਾ ਦੇ ਉੱਪਰ ਇਹਨਾਂ ਨੇ ਹਿਸਟਰੀਜ਼ ਲਿਖੀਆਂ, ਸਟੱਡੀ ਕੀਤੀ, ਕਈ ਸਾਰੀਆਂ ਕਿਤਾਬਾਂ ਪੜ੍ਹੀਆਂ, ਠੀਕ ਹੈ। ਸੋ ਗੋਪਾਲ ਹਰੀ ਦੇਸ਼ਮੁਖ, ਲੋਕ ਹਿਤਵਾਦੀ ਯਾਦ ਰੱਖਣਾ, ਅਤੇ ਹਿਤੇਚੂ। ਆ ਕੁਝ ਗੱਲਾਂ ਤਾਂ ਇਹਦੇ ਨੇ ਜਿਹੜੀਆਂ ਪਤਾ ਹੀ ਹੋਣੀਆਂ ਚਾਹੀਦੀਆਂ ਨੇ, ਵੈਰੀ ਬੇਸਿਕ। ਕਿੰਨੀ ਇੰਸਪੀਰੇਸ਼ਨ ਲੈ ਸਕਦੇ ਹਾਂ ਅਸੀਂ ਇਹਨਾਂ ਤੋਂ। ਗੋਪਾਲ ਗਣੇਸ਼ ਅਗਰਕਰ ਡੈਕਨ ਐਜੂਕੇਸ਼ਨ ਸੁਸਾਇਟੀ, ਨਾਮ ਤੋਂ ਹੀ ਕਲੀਅਰ ਹੈ, ਡੈਕਨ ਐਜੂਕੇਸ਼ਨ ਸੁਸਾਇਟੀ, ਐਜੂਕੇਸ਼ਨ ਪ੍ਰਮੋਟ ਵਾਸਤੇ ਬਣੀ, ਪ੍ਰਮੋਟ ਕਰਨ ਵਾਸਤੇ। ਇਹ ਜਿਹੜੇ ਸੀਗੇ ਇਹ ਤਿਲਕ ਦੇ ਕੰਪੈਨੀਅਨ ਸੀਗੇ, ਕਲੋਜ਼ ਐਸੋਸੀਏਟ ਆਫ ਤਿਲਕ। ਉਹਨਾਂ ਦੇ ਤਿਲਕ ਦਾ ਇੱਕ ਅਖਬਾਰ ਸੀਗਾ ਕੇਸਰੀ, ਯਾਦ ਆ ਸਾਨੂੰ?
ਉਹਦੇ ਇਹ ਐਡੀਟਰ ਸੀਗੇ। ਇਹ ਤੋਂ ਇਲਾਵਾ ਇੱਕ ਸੁਧਾਰਕ ਨਾਮ ਦਾ ਵੀ ਇਹਨਾਂ ਦਾ ਅਖਬਾਰ ਸੀਗਾ ਵੱਖਰਾ, ਜਿਹੜਾ ਕਿ ਅਨਟੱਚੇਬਿਲਿਟੀ ਅਤੇ ਕਾਸਟ ਸਿਸਟਮ ਨੂੰ ਦੇ ਖਿਲਾਫ ਇਹਨਾਂ ਨੇ ਚਲਾਇਆ ਸੀ। ਬਹੁਤ ਇੰਪੋਰਟੈਂਟ ਹੈ। ਇਹ ਤੋਂ ਇਲਾਵਾ ਇਹਨਾਂ ਦੀ ਖੁਦ ਦੀ ਜਿਹੜੀ ਬਾਇਓਗ੍ਰਾਫੀ ਹੈ ਉਹਦਾ ਨਾਮ ਹੈਗਾ ਫੁਟਕੇ ਨਸੀਬ। ਉਹ ਇੰਨਾ ਇੰਪੋਰਟੈਂਟ ਨਹੀਂ ਹੈਗਾ, ਲੇਕਿਨ ਆਹ ਬਹੁਤ ਇੰਪੋਰਟੈਂਟ ਹੈ ਕਿ ਹੀ ਵਾਜ਼ ਦਾ ਫਸਟ ਐਡੀਟਰ ਆਫ ਕੇਸਰੀ। ਕੇਸਰੀ ਕੀ ਸੀ? ਲੋਕਮਾਨਿਆ ਤਿਲਕ ਦਾ ਅਖਬਾਰ ਸੀਗਾ। ਮਰਾਠਾ ਤੇ ਕੇਸਰੀ, ਕੇਸਰੀ ਮਰਾਠੀ ਚ ਸੀ, ਮਰਾਠਾ ਇੰਗਲਿਸ਼ ਚ ਸੀ। ਇਹ ਗੱਲ ਪਤਾ? ਮਰਾਠਾ ਤੇ ਕੇਸਰੀ ਵੈਰੀ ਇੰਪੋਰਟੈਂਟ ਨਿਊਜ਼ਪੇਪਰਸ ਆਫ ਬਾਲ ਗੰਗਾਧਰ ਤਿਲਕ। ਤਿਲਕ ਜਿਹੜੇ ਸੀਗੇ ਉਹ ਵੀ ਲੋਕਮਾਨਿਆ ਤਿਲਕ ਕਿਹਾ ਜਾਂਦਾ। ਮੁੰਬਈ ਦਾ ਜਿਹੜਾ ਮੇਨ ਰੇਲਵੇ ਸਟੇਸ਼ਨ ਉਹਦਾ ਨਾਮ ਹੈਗਾ ਲੋਕਮਾਨਿਆ ਤਿਲਕ ਟਰਮੀਨਲ। ਹਾਲਾਂਕਿ ਕਾਂਗਰਸ ਦੇ ਕਦੇ ਪ੍ਰੈਜ਼ੀਡੈਂਟ ਨਹੀਂ ਬਣ ਪਾਏ, ਪਰ ਇਨਫਲੂਐਂਸ ਬਹੁਤ ਸੀ ਇਹਨਾਂ ਨੇ। 1905 ਦੇ ਵਿੱਚ ਜਦੋਂ ਬੰਗਾਲ ਦੀ ਵੰਡ ਹੋਈ ਨਾ, ਉਦੋਂ ਇਹਨਾਂ ਨੇ ਬਹੁਤ ਮਤਲਬ ਸਵਦੇਸੀ ਮੂਵਮੈਂਟ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕੀਤਾ। ਸ਼ਿਵਾਜੀ ਅਤੇ ਗਣਪਤੀ ਫੈਸਟੀਵਲ ਹੁੰਦੇ ਸੀ। ਮਹਾਰਾਸ਼ਟਰ ਦੇ ਲੋਕ ਗਣਪਤੀ ਦੀ ਪੂਜਾ ਬਹੁਤ ਕਰਦੇ, ਤੁਹਾਨੂੰ ਪਤਾ ਹੈ ਨਾ, ਗਣਪਤੀ ਬਾਬਾ ਮੋਰਿਆ। ਉਦੋਂ ਇਹ ਪ੍ਰਚਾਰ ਕਰਦੇ ਹੁੰਦੇ ਸੀ, ਕਿਉਂਕਿ ਉਹ ਤਾਂ ਨਾਰਮਲੀ ਕਰ ਨਹੀਂ ਸਕਦੇ ਸੀ। ਅੰਗਰੇਜ਼ਾਂ ਨੇ ਤਾਂ ਇੱਕ ਟਾਈਮ ਇਹੋ ਜਿਹਾ ਆ ਗਿਆ ਸੀ, ਇਹਨੂੰ ਬੰਬੇ ਵੜਨ ਤੋਂ ਮਨਾ ਕੀਤਾ ਹੋਇਆ ਸੀ। ਮੈਂ ਗੱਲ ਕਰ ਰਿਹਾ ਲੋਕਮਾਨਿਆ ਤਿਲਕ ਦੀ। ਬੰਬੇ ਵੜਨ ਤੋਂ ਮਨਾ ਕਰਤਾ, ਤੇ ਬੰਬੇ ਨਹੀਂ ਆਏਗਾ, ਕਿਉਂਕਿ ਜਦੋਂ ਬੰਬੇ ਆਉਣਾ ਉੱਥੇ ਦੰਗੇ ਹੋ ਜਾਂਦੇ ਨੇ, ਕੋਈ ਨਾ ਕੋਈ ਪੰਗਾ ਪੈ ਜਾਂਦਾ, ਕਿਉਂਕਿ ਲਿਖਦਾ ਹੀ ਇੰਨਾ। ਸੋਚੋ ਇਹਨੇ ਕਿੰਨਾ ਇਹੋ ਜਿਹੀਆਂ ਗੱਲਾਂ ਲਿਖਿਆ ਕਰਨੀਆਂ ਕਿ ਲੋਕ ਭੜਕ ਜਾਂਦੇ ਸੀ। ਇਹਦੀਆਂ ਲਿਖੀਆਂ ਹੋਈਆਂ ਗੱਲਾਂ ਦੇ ਨਾਲ ਲੋਕ ਅੰਗਰੇਜ਼ ਅਫਸਰਾਂ ਦਾ ਮਰਡਰ ਕਰ ਦਿੰਦੇ ਸੀ। ਇੰਨਾ ਵਧੀਆ ਰਾਈਟਰ ਸੀ। ਹੁਣ ਇਹ ਆ ਗਏ ਗੋਪਾਲ ਕ੍ਰਿਸ਼ਨ ਗੋਖਲੇ। ਜਾਣਦੇ ਗੋਪਾਲ ਕ੍ਰਿਸ਼ਨ ਗੋਖਲੇ ਨੂੰ? ਪੋਲੀਟੀਕਲ ਗੁਰੂ ਆਫ ਮਹਾਤਮਾ ਗਾਂਧੀ। ਠੀਕ ਹੈ ਜੀ। ਸੋ ਇਹ ਵੀ MG ਰਾਨਾਡੇ ਵੀ ਬਹੁਤ ਫੇਮਸ ਪਰਸਨੈਲਿਟੀ ਹੈ, ਅੱਗੇ ਜਾ ਕੇ ਆਪਾਂ ਪੜ੍ਹਦੇ ਹਾਂ ਉਹਨਾਂ ਬਾਰੇ। ਤਾਂ ਇਹ ਚਾਹੁੰਦੇ ਸੀਗੇ ਵੀ ਆਪਾਂ ਇੱਕ ਕਾਡਰ ਬਣਾ ਦਈਏ। ਕਾਡਰ ਦਾ ਮਤਲਬ ਇੱਕ ਕਈ ਹਜ਼ਾਰਾਂ ਲੱਖਾਂ ਯੂਥ ਦਾ ਇੱਕ ਗਰੁੱਪ ਬਣਾ ਦਈਏ, ਜਿਹੜੇ ਕਿ ਲੋਕਾਂ ਦੀ ਸਰਵਿਸ ਕਰਨ, ਲੋਕਾਂ ਦੀ ਸੇਵਾ। ਕਿਸੇ ਨੂੰ ਪ੍ਰੋਬਲਮ ਹੈ, ਕੋਈ ਬਿਮਾਰ ਹੈ, ਕੋਈ ਹੈ ਨਹੀਂ ਉਹਨੂੰ ਲਿਜਾਣ ਵਾਲਾ, ਤਾਂ ਉਹ ਹੈਲਪ ਕਰਨ ਉਹਦੀ। ਜਿਵੇਂ NGOs ਨਹੀਂ ਖੋਲ੍ਹਦੇ ਆਪਾਂ ਅੱਜ ਕੱਲ੍ਹ, ਉਹ ਚੀਜ਼ ਹੈ। ਹਾਲਾਂਕਿ ਇਹ ਪੋਲੀਟੀਕਲ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਦੇ ਸੀ। ਇਹਨਾਂ ਦਾ ਮੇਨ ਏਜੰਡਾ ਸਿਰਫ ਸੋਸ਼ਲ ਰਿਫਾਰਮ ਕਰਨਾ ਹੀ ਸੀਗਾ, ਸੋਸਾਇਟੀ ਨੂੰ ਸਰਵ ਕਰਨਾ। ਤਾਂ ਹੀ ਤਾਂ ਨਾਮ ਤੇ ਕਲੀਅਰ ਰੱਖੋ, ਦ ਸਰਵੈਂਟਸ ਆਫ ਇੰਡੀਅਨ ਸੋਸਾਇਟੀ। ਫਿਰ ਇਹਨਾਂ ਦੇ ਹੋਰ ਕਈ ਸਾਰੇ ਮੈਂਬਰ ਸੀਗੇ। ਸ਼੍ਰੀਨਿਵਾਸ ਸ਼ਾਸਤਰੀ ਵੀ ਇਹਦੇ ਮੈਂਬਰ ਸੀਗੇ, ਸਰਵੈਂਟ ਆਫ ਇੰਡੀਅਨ ਸੋਸਾਇਟੀ ਦੇ। ਅੱਜ ਵੀ ਇਹ ਕਹਿੰਦੇ ਸੋਸਾਇਟੀ ਕੰਮ ਕਰ ਰਹੀ ਹੈ ਮਹਾਰਾਸ਼ਟਰ ਦੇ ਵਿੱਚ। ਤੇ ਜਿਹੜੀ ਗੱਲ ਮੈਂ ਗੋਪਾਲ ਕ੍ਰਿਸ਼ਨ ਗੋਖਲੇ ਦੀ ਕਰਾਂ, ਇਹ ਵੀ ਮਤਲਬ ਹਾਲਾਂਕਿ ਇਹ ਖੁਦ ਵੀ ਆਪਣੇ ਬੰਬੇ ਲੈਜਿਸਲੇਟਿਵ ਅਸੈਂਬਲੀ 'ਚ ਇਲੈਕਟ ਹੋਏ, ਪਰ ਇਹ ਵਾਲੀ ਜਿਹੜੀ ਸੋਸਾਇਟੀ ਸੀ ਨਾ, ਇਹ ਕਾਂਗਰਸ ਦੀ ਪੋਲੀਟੀਕਲ ਐਕਟੀਵਿਟੀ ਤੋਂ ਵੱਖਰੀ ਸੀ। ਮੇਨ ਸੋਸਾਇਟੀ ਦੀ ਗੱਲ ਯਾਦ ਰੱਖਿਓ। ਫਿਰ ਇਹ ਗੱਲ ਦੇਖੋ, ਕਹਿੰਦਾ ਪਿਓਰ ਐਜ਼ ਕ੍ਰਿਸਟਲ, ਜੈਂਟਲ ਐਜ਼ ਅ ਲੈਂਬ, brave as a lion and chivalrous to a fault and the most perfect man in the political field। ਇਹ ਮਹਾਤਮਾ ਗਾਂਧੀ ਨੇ ਇਹਨਾਂ ਵਾਸਤੇ ਕਹੀ ਸੀ ਗੱਲ। ਮਹਾਤਮਾ ਗਾਂਧੀ ਇਹਨਾਂ ਦੇ ਚੇਲੇ ਸੀ। ਠੀਕ ਹੈ ਜੀ। ਸੋਸ਼ਲ ਸਰਵਿਸ ਲੀਗ ਵੈਰੀ ਇੰਪੋਰਟੈਂਟ। NM ਜੋਸ਼ੀ, ਅੱਗੇ ਜਾ ਕੇ ਆਪਾਂ ਪੜਾਂਗੇ ਕਿ ਇੰਡੀਆ ਦੇ ਵਿੱਚ ਜਿਹੜਾ ਪ੍ਰੈਸ ਫਰੀਡਮ, ਪ੍ਰੈਸ ਨੇ ਬਹੁਤ ਇੰਪੋਰਟੈਂਟ ਰੋਲ ਪਲੇ ਕੀਤਾ ਜੀ। ਸਾਡੇ ਦੇਸ਼ ਦੇ ਵਿੱਚ ਜੇਕਰ ਨੈਸ਼ਨਲਿਜ਼ਮ ਦੀ ਭਾਵਨਾ ਆਪਾਂ ਕਹਿੰਦੇ ਹਾਂ, ਰਾਸ਼ਟਰਵਾਦ ਦੀ ਭਾਵਨਾ, ਪ੍ਰੈਸ ਹੀ ਲੈ ਕੇ ਆਇਆ। ਜਿਸ ਦੇਸ਼ ਦੀ ਜਿਹੜੀ ਪ੍ਰੈਸ ਉਹ ਐਕਟਿਵ ਹੋਊਗੀ, ਟਰਾਂਸਪੇਰੈਂਟ ਹੋਊਗੀ, ਇਮਾਨਦਾਰ ਹੋਊਗੀ, ਉਹ ਦੇਸ਼ ਨੂੰ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਕਿੰਨਾ ਵਧੀਆ। ਆਪਾਂ ਇਹਨੂੰ ਡੈਮੋਕ੍ਰੇਸੀ ਦਾ 4th ਪਿਲਰ ਕਹਿੰਦੇ ਆ, ਜਿਹੜਾ ਬਾਕੀ 3 ਪਿਲਰਸ ਦੇ ਉੱਪਰ ਆਪਣੀ ਹਮੇਸ਼ਾ ਗੌਰ ਕਰੀ ਰੱਖਦਾ ਕਿ ਉਹ ਗਲਤ ਕੰਮ ਤਾਂ ਨਹੀਂ ਕਰ ਰਹੇ। ਸੋਸ਼ਲ ਸਰਵਿਸ ਲੀਗ NM ਜੋਸ਼ੀ ਨੇ ਬਣਾਈ। NM ਜੋਸ਼ੀ ਦਾ ਸੰਬੰਧ ਜਿਹੜਾ ਹੈਗਾ ਉਹ ਟ੍ਰੇਡ ਯੂਨੀਅਨਿਜ਼ਮ ਦੇ ਨਾਲ ਹੈ। ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਦੇ ਇਹ ਮੈਂਬਰ ਸੀਗੇ। 1920 ਦੇ ਵਿੱਚ ਇਹ ਸੰਸਥਾ ਬਣੀ ਹੈ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ AITUC ਜਿਹੜੀ ਸੰਸਥਾ ਹੈ, ਇਹਦਾ ਜਿਹੜਾ ਪਹਿਲਾ ਚੇਅਰਮੈਨ ਸੀ ਉਹ ਹੈਗੇ ਸੀ ਲਾਲਾ ਲਾਜਪਤ ਰਾਏ। ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ। ਵੈਸੇ ਜੇ ਕੋਈ ਪੁੱਛੇ ਨਾ ਕਿ ਟ੍ਰੇਡ ਯੂਨੀਅਨਿਜ਼ਮ ਦਾ ਪਿਤਾ ਕਿਹਨੂੰ ਕਿਹਾ ਜਾਂਦਾ, ਤਾਂ ਉਹਦਾ ਨਾਮ ਵੀ ਇਦਾਂ ਦਾ ਹੀ ਹੈ, ਪਰ NM ਲੋਖੰਡੇ ਹੈ।
ਉਹਦੇ ਬਾਰੇ ਆਪਾਂ ਵੱਖਰੇ ਲੈਕਚਰ 'ਚ ਪੜਾਂਗੇ ਜਦੋਂ ਇੰਪੋਰਟੈਂਟ ਡਿਵੈਲਪਮੈਂਟਸ ਆਪਾਂ ਕਰਾਂਗੇ। ਹੁਣ ਤੁਸੀਂ ਦੇਖੋ ਇਹਨਾਂ ਨੇ ਵੀ ਸਕੂਲ ਤੇ ਲਾਇਬ੍ਰੇਰੀਜ਼ ਖੋਲ੍ਹੇ, ਲੋਕਾਂ ਦੀ ਕੰਡੀਸ਼ਨ ਵਧੀਆ ਚਾਹੁੰਦੇ ਸੀਗੇ, ਪੁਲਿਸ ਕੋਰਟਸ ਲੀਗਲ ਏਡ ਵਗੈਰਾ ਪ੍ਰੋਵਾਈਡ ਕਰਦੇ ਸੀਗੇ, ਜਿਹੜੇ ਸਲਮ ਏਰੀਆ 'ਚ ਲੋਕ ਰਹਿੰਦੇ ਉਹਨਾਂ ਦੀ ਅਪਲਿਫਟਮੈਂਟ ਕਰਨੀ ਹੈ, ਅਤੇ ਥੀਏਟਰੀਕਲ ਪਰਫਾਰਮੈਂਸਿਸ ਦਿੰਦੇ ਸੀਗੇ, ਮਤਲਬ ਥੀਏਟਰ ਜਿਵੇਂ ਨਾਟਕ ਨਹੀਂ ਕਰਦੇ, ਲੋਕਾਂ ਨੂੰ ਇੰਸਪਾਇਰ ਕਰਦੇ ਸੀ, ਜਿਮਸ ਕਲੱਬਸ ਦੇ ਵਿੱਚ ਜਾ ਕੇ ਮੋਟੀਵੇਸ਼ਨ ਦਿੰਦੇ ਸੀ। ਰਾਮਾ ਕ੍ਰਿਸ਼ਨਾ ਮੂਵਮੈਂਟ ਬਈ ਇੱਕ ਨਾ ਬੜੇ ਫੇਮਸ ਸੰਤ ਹੋਏ ਨੇ ਰਾਮ ਕ੍ਰਿਸ਼ਨ ਪਰਮਹੰਸ, ਤੁਸੀਂ ਇਹਨਾਂ ਦੀ ਦੇਖੋ ਵੀ ਇਹਨਾਂ ਦੀ ਕੀ ਆਈਡੀਓਲੋਜੀ ਸੀ। ਇਹ ਕਹਿੰਦੇ ਸੀ, ਵੈਸੇ ਜਿਹੜਾ ਕਾਲੀ ਟੈਂਪਲ ਹੈ ਕਲਕੱਤਾ ਦੇ ਵਿੱਚ ਉੱਥੇ ਬੈਠਦੇ ਸੀ, ਭਗਤੀ ਤੇ ਯੋਗਾ, ਲੋਕਾਂ ਨੂੰ ਭਗਤੀ ਤੇ ਯੋਗਾ ਦੇ ਮਾਰਗ 'ਚ ਪਾਉਂਦੇ ਸੀ। ਜਿਵੇਂ ਹੁਣ ਵੀ ਕਈ ਸਾਰੇ ਸੰਤ ਹੈਗੇ, ਤੁਸੀਂ ਰਿਸ਼ੀਕੇਸ਼ ਚਲੇ ਜਾਓ, ਬੜੇ ਸੰਤ ਮਿਲਣਗੇ ਤੁਹਾਨੂੰ। ਲੋਕਾਂ ਦੀ ਜਿਹੜੀ ਆਰਡੀਨਰੀ ਪੀਪਲ ਨੇ ਉਹਨਾਂ ਦੀ ਜਿਹੜੀ ਹੈਗੀ ਆ ਮਤਲਬ ਲਾਈਫ ਨੂੰ ਬੈਟਰਮੈਂਟ ਕਰਨਾ, ਤੇ ਬੈਲੂਰ ਨਾਮ ਦੀ ਜਗ੍ਹਾ ਕਲਕੱਤਾ ਦੇ ਵਿੱਚ, ਉੱਥੇ ਇਹਨਾਂ ਦੇ ਹੈੱਡਕੁਆਟਰ ਸੀ, ਮਤਲਬ ਇਹਨਾਂ ਦਾ ਤੁਸੀਂ ਡੇਰਾ ਕਹਿ ਸਕਦੇ। ਇਹ ਕੀ ਕਹਿੰਦੇ ਸੀ, ਸੈਲਵੇਸ਼ਨ ਪਾਣੀ ਹੈ, ਮੈਡੀਟੇਸ਼ਨ ਤਾਂ ਜੀ ਬਹੁਤ ਇੱਕ ਕਰਨੀ ਚਾਹੀਦੀ ਹੈ ਮੈਡੀਟੇਸ਼ਨ। ਇਹਨੂੰ ਤੁਸੀਂ ਪਾਠ ਪੂਜਾ ਦੇ ਰੂਪ 'ਚ ਕਰ ਲਓ, ਭਾਵੇਂ ਯੋਗ ਦੇ ਰੂਪ 'ਚ ਕਰ ਲਓ, ਪਰ ਇੱਕ ਸਟੂਡੈਂਟ ਦੇ ਲਈ ਤਾਂ ਮੈਡੀਟੇਸ਼ਨ ਤੋਂ ਜ਼ਿਆਦਾ ਵਧੀਆ ਹੋਰ ਕੁਝ ਹੋ ਨਹੀਂ ਸਕਦਾ। ਰੈਜੂਵੀਨੇਟ ਕਰ ਦਿੰਦੀ ਹੈ ਸਾਨੂੰ, ਸਾਡੇ 'ਚ ਦੁਬਾਰਾ ਜਾਨ ਪਾ ਦਿੰਦੀ ਹੈ। ਤੁਸੀਂ ਪੂਰਾ ਦਿਨ ਥੱਕ ਕੇ ਆਏ ਹੋ, ਮੰਨ ਲਓ ਬੁਰਾ ਹਾਲ ਹੈ ਤੁਹਾਡਾ, ਬੋਡੀ ਟੁੱਟੀ ਪਈ ਹੈ, ਮੈਂਟਲੀ ਜਦੋਂ ਬੰਦਾ ਵੀਕ ਹੋ ਜਾਂਦਾ ਉਹ ਜ਼ਿਆਦਾ ਨੁਕਸਾਨਦਾਇਕ ਹੁੰਦਾ। ਬੋਡੀ ਤਾਂ ਬੰਦਾ ਫਿਰ ਵੀ ਕੁਝ ਖਾ ਪੀ ਕੇ ਗਲੂਕੋਨ ਡੀ ਪੀ ਲਓ, ਹੈ ਨਾ ਜੀ, ਪਰ ਮੈਂਟਲੀ ਸਭ ਤੋਂ ਵਧੀਆ ਤਰੀਕਾ ਹੈ ਉਹ, ਦਿਮਾਗ ਨਹੀਂ ਕਰਨਾ ਜੋ ਕਰਨਾ। ਬੋਡੀ ਨੇ ਕੀ, ਹਿਟਲਰ ਦੀ ਕਿੰਨੀ ਹਾਈਟ ਸੀਗੀ, ਕਿੱਡਾ ਸੀ ਹਿਟਲਰ, ਨੈਪੋਲੀਅਨ ਕਿੰਨਾ ਕੁ ਸੀਗਾ, ਨੈਪੋਲੀਅਨ ਦੀ ਹਾਈਟ ਦੇਖਿਓ ਨੈਟ ਤੇ ਚੈੱਕ ਕਰਿਓ, ਇਹ ਤੋਂ ਜ਼ਿਆਦਾ ਨਹੀਂ ਸੀ ਲੜਕੀ ਤੋਂ, ਠੀਕ ਹੈ, ਪਰ ਗੱਲ ਤਾਂ ਦਿਮਾਗ ਦੀ ਹੈ ਨਾ, ਕਿਉਂ ਜੀ ਨਾ। ਫਿਰ ਰਿਸੋਰਸਿਸ ਮੈਟਰ ਕਰਦੇ ਨੇ, ਕਿਉਂਕਿ ਫਿਰ ਜਿਹੜਾ ਕੁਝ ਤੁਹਾਡੇ ਕੋਲ ਹੈਗਾ, ਮੋਦੀ ਜੀ ਚਾਹ ਵੇਚਦੇ ਸੀ, ਅੱਜ ਸਾਰਾ ਪੂਰਾ ਦੇਸ਼ ਵੇਚ ਰਹੇ ਨੇ, ਕਲਾਕਾਰੀ ਵੇਚਣ ਦੀ। ਇਹ ਸੋਚਦੇ ਸੀ ਮੈਂ ਤਾਰੀਫ ਕਰੂੰਗਾ ਭਾਈ, ਮੈਂ ਇੱਧਰ ਜੋ ਪੜ੍ਹਾ ਰਿਹਾ ਨਾ ਉਹਨਾਂ ਦੇ ਮੁਕਾਬਲੇ ਉਹ ਕੁਝ ਵੀ ਨਹੀਂ। ਇਹਨਾਂ ਨੇ ਵੇਦਾਂਤਾ ਦਾ ਮੈਸੇਜ, ਵੇਦਾਂਤ ਮਤਲਬ ਉਹੀ ਵੇਦਾਂ ਦੀ ਜਿਹੜੀ ਸਾਡੀ ਵੇਦਾਂ ਦੇ ਵਿੱਚੋਂ ਜਿਹੜੀ ਨੌਲੇਜ ਨਿਕਲੀ ਆ। ਫਿਲੈਂਥ੍ਰੋਪਿਕ ਦਾ ਮਤਲਬ ਹੁੰਦਾ ਜਿਹੜੇ ਚੈਰਿਟੀ ਦਾ ਕੰਮ ਕਰਦਾ, ਨਾਲ ਚੈਰੀਟੇਬਲ ਵਰਕ ਲਿਖਿਆ ਹੋਇਆ, ਫਿਲੈਂਥ੍ਰੋਪਿਸਟ। ਹੁਣ ਇਹਨਾਂ ਦੇ ਹੀ ਫੋਲੋਅਰ ਸੀਗੇ ਸਵਾਮੀ ਵਿਵੇਕਾਨੰਦ, ਜਿਨ੍ਹਾਂ ਦਾ ਓਰੀਜਨਲ ਨਾਮ ਕੀ ਸੀ, ਨਗੇਂਦਰਨਾਥ ਦੱਤ ਵੀ ਲਿਖਦੇ ਨੇ, ਨਰਿੰਦਰਨਾਥ ਦੱਤ ਵੀ ਲਿਖਦੇ ਨੇ। ਸੋ ਨਗੇਂਦਰਨਾਥ ਦੱਤ ਆਈ ਥਿੰਕ ਇਜ਼, ਸੋ ਇਹ ਵੀ ਮਾਡਰਨਾਈਜੇਸ਼ਨ 'ਚ ਬਿਲੀਵ ਕਰਦੇ ਸੀਗੇ, ਕਹਿੰਦੇ ਸਾਰੇ ਧਰਮਾਂ ਨੂੰ, ਮਤਲਬ ਇਹ ਨਿਊ ਹਿੰਦੂਇਜ਼ਮ ਦਾ ਕੰਸੈਪਟ ਲੈ ਕੇ ਆਇਆ, ਨਿਊ ਹਿੰਦੂਇਜ਼ਮ, ਹਿੰਦੂ ਧਰਮ ਨੂੰ ਨਵੇਂ ਤਰੀਕੇ ਨਾਲ ਪ੍ਰਗਟਾਉਣਾ ਆਪਾਂ ਨੇ, ਸਮਝ ਲਓ। ਕਹਿੰਦੇ ਸਰਵਿਸ ਟੂ ਮੈਨ ਇਜ਼ ਸਰਵਿਸ ਟੂ ਗੋਡ, ਤੁਸੀਂ ਲੋਕਾਂ ਦੀ ਸੇਵਾ ਕਰ ਲਓ, ਰੱਬ ਇੱਥੇ ਮਿਲ ਜੂਗਾ। ਕਰਕੇ ਦੇਖੋ, ਤੁਸੀਂ 2 ਮਿੰਟ ਕਿਸੇ ਨੂੰ ਲਿਫਟ ਦੇ ਦਿਓ, ਜੇ ਮੰਨ ਲਓ ਕੋਈ ਨੀਡੀ ਹੈ, ਕੋਈ ਇਨਸਾਨ ਹੈ, ਹੁਣ ਲਿਫਟ ਦੇ ਦਿਓ, ਤੁਹਾਡੇ ਮਨ ਨੂੰ ਦੇਖੋ ਕਿੰਨੀ ਸ਼ਾਂਤੀ ਮਿਲੂਗੀ। ਤੁਹਾਨੂੰ ਇਹ ਲੱਗੂਗਾ ਜਿਵੇਂ ਮੈਂ ਪਤਾ ਨਹੀਂ, ਹੈ ਨਾ, ਲੋਕਾਂ ਦੀ ਸਰਵਿਸ ਕਰੋ। ਕਿਸੇ ਨੂੰ ਰਸਤਾ ਦੱਸ ਦਿਓ, ਕਿਸੇ ਨੇ ਪੁੱਛਿਆ ਵੀ ਰਸਤਾ ਕਿੱਥੇ ਆ ਹਸਪਤਾਲ ਦਾ, ਆ ਇੱਧਰ ਆ, ਚੱਲ ਮੈਂ ਤੁਹਾਨੂੰ ਛੱਡਿਆ ਨਾ, ਚੱਲ ਦੇਖਿਓ ਕਿੰਨੀ ਸੈਟਿਸਫੈਕਸ਼ਨ ਮਿਲੂਗੀ। ਉਹ ਸੈਟਿਸਫੈਕਸ਼ਨ ਤੁਸੀਂ ਖਰੀਦ ਨਹੀਂ ਸਕਦੇ। ਜਾਂ ਫਿਰ ਕਿਸੇ ਦੀ ਸਰਵਿਸ ਕਰ ਦਿਓ, ਕਿਸੇ ਦੀ ਫੀਸ ਭਰ ਦਿਓ, ਕਿਸੇ ਦੀ ਫੀਸ ਭਰ ਕੇ ਦੇਖਿਓ ਤੁਸੀਂ। ਬਰਥਡੇ 'ਤੇ ਅਸੀਂ 400-500 ਦਾ ਕੇਕ ਤਾਂ ਹੀ ਖਰਾਬ ਕਰ ਦਿੰਦੇ ਹਾਂ। ਜਾਂ ਜਿਹੜੇ ਉਹ ਵੇਚਣ ਵਾਲੇ ਆ ਗਲੀਆਂ 'ਚੋਂ ਪੈਨ ਵਗੈਰਾ ਵੇਚਣ ਵਾਲੇ ਆਉਂਦੇ ਆ, ਉਹਨਾਂ ਤੋਂ ਕਿਸੇ ਦਿਨ ਇਹ ਕਰਿਓ, ਸਾਰੇ ਪੈਨ ਲੈ ਲਿਓ, ਯੂ ਵਿਲ ਸੀ, ਯੂ ਵਿਲ ਫੀਲ ਇਟ, ਯੂ ਕੈਨ ਨਾਟ ਸੀ ਬਟ ਯੂ ਕੈਨ ਫੀਲ ਇਟ। ਕਿਉਂ ਜੀ, ਇਹਨਾਂ ਨੇ ਕਿਹਾ ਸੀ ਜੀਵਾ ਇਜ਼ ਸ਼ਿਵਾ, ਸਰਵਿਸ ਟੂ ਜੀਵਾ ਇਜ਼ ਸਰਵਿਸ ਟੂ ਸ਼ਿਵਾ। ਸ਼ਿਵਾ ਮਤਲਬ ਗੋਡ, ਹਿੰਦੂਆਂ ਵਾਸਤੇ ਸ਼ਿਵਾ ਸੁਪਰੀਮ ਗੋਡ ਨੇ। ਤਾਂ ਜੇ ਤੁਸੀਂ ਜੀਵ ਨੂੰ, ਕਿਸੇ ਵੀ ਜੀਵ ਦੀ ਪੂਜਾ ਕਰਦੇ ਹੋ ਤਾਂ ਆਟੋਮੈਟਿਕਲੀ ਉਹ ਰੱਬ ਦੀ ਪੂਜਾ ਹੈ। ਸੀ ਨਾ ਮਹਾਨ ਗੱਲਾਂ ਕਿ ਸਾਡੇ ਦਿਮਾਗ 'ਚ ਗੱਲਾਂ ਆਉਂਦੀਆਂ। ਨਿਊ ਹਿੰਦੂਇਜ਼ਮ ਮੈਂ ਤੁਹਾਨੂੰ ਦੱਸਿਆ, ਇਹਨਾਂ ਨੇ ਵੀ ਉਪਨਿਸ਼ਦਾਂ ਦੀ ਟੀਚਿੰਗ ਨੂੰ, ਉਪਨਿਸ਼ਦਾਂ ਦੇ ਵਿੱਚ ਵੇਦਾਂ ਦਾ ਸਾਰਾ ਨਿਚੋੜ ਹੈ। 108 ਉਪਨਿਸ਼ਦ ਨੇ, ਮੈਂ ਤਾਂ ਇੱਕ ਵੀ ਨਹੀਂ ਪੜ੍ਹਿਆ ਹਜੇ ਤੱਕ, ਠੀਕ ਹੈ ਨਾ, ਲੇਕਿਨ ਇਹਨਾਂ ਲੋਕਾਂ ਨੇ ਪੜ੍ਹਿਆ ਸੀ ਇਹ ਚੀਜ਼ਾਂ ਸਾਰੀਆਂ, ਤਾਂ ਹੀ ਤਾਂ ਇਹ ਮੈਸੇਜ ਫੈਲਾਉਂਦੇ ਸੀ। ਫਿਰ ਇਹਨਾਂ ਨੇ ਹਿੰਦੂਇਜ਼ਮ ਤੇ ਇਸਲਾਮ ਦੀ ਫਾਊਂਡੇਸ਼ਨ ਬਾਰੇ ਗੱਲ ਕੀਤੀ ਤੇ ਇਕੱਠੇ ਜੋੜਿਆ। ਮੈਂ ਤੁਹਾਨੂੰ ਦੱਸਿਆ ਸੋਡੀਅਮ ਕਲੋਰਾਈਡ, ਨਮਕ, ਬਸ ਉਹ 'ਚ ਸਾਰਾ ਕੁਛ ਹੈ।
ਤੇ ਤੋਂ ਬਾਅਦ ਇਹਨਾਂ ਨੇ ਨੌਲੇਜ ਕਹਿੰਦੇ ਸਪਿਰਿਚੁਅਲ ਅਤੇ ਸੈਕੂਲਰ ਨੌਲੇਜ ਨੂੰ ਇਹਨਾਂ ਨੇ ਡਿਫਾਈਨ ਕੀਤਾ। ਨੌਲੇਜ ਹੋਣੀ ਚਾਹੀਦੀ ਬੰਦੇ ਨੂੰ। ਹੁਣ ਇੱਕ 1893 ਦੇ ਵਿੱਚ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਗੱਲ ਵੀ ਸ਼ਿਕਾਗੋ, ਅਮਰੀਕਾ ਦੇ ਸ਼ਿਕਾਗੋ ਦੇ ਵਿੱਚ ਇੱਕ ਮੀਟਿੰਗ ਆਰਗੇਨਾਈਜ਼ ਕੀਤੀ ਗਈ ਜਿਹਨੂੰ ਕਹਿੰਦੇ ਨੇ ਪਾਰਲੀਮੈਂਟ ਆਫ ਰਿਲੀਜਨਸ। ਇੱਕ ਮੀਟਿੰਗ ਬੁਲਾਈ ਗਈ, ਵੱਖਰੇ ਵੱਖਰੇ ਧਰਮਾਂ ਦੇ ਲੋਕ ਬੁਲਾਏ ਗਏ। ਉੱਥੇ ਇਹਨਾਂ ਨੂੰ ਵੀ ਇਨਵਾਈਟ ਕੀਤਾ ਗਿਆ, ਇਹ ਉੱਥੇ ਚਲੇ ਗਏ। ਪਹਿਲਾਂ ਤਾਂ ਇਹਨਾਂ ਦੇ ਨਾਲ ਬਹੁਤਾ ਅੱਛਾ ਵਿਵਹਾਰ ਨਹੀਂ ਕੀਤਾ ਗਿਆ, ਪਰ ਫਿਰ ਜਦੋਂ ਇਹਨਾਂ ਨੇ ਆਪਣੀ ਸਪੀਚ ਦਿੱਤੀ ਤਾਂ ਸਾਰਿਆਂ ਨੂੰ ਹਿਲਾ ਕੇ ਰੱਖਤਾ। ਆਪਾਂ ਤਾਂ ਆਪਣੀ ਸਪੀਚ ਸ਼ੁਰੂ ਕਰਦੇ ਹਾਂ ਲੇਡੀਜ਼ ਐਂਡ ਜੈਂਟਲਮੈਨ ਤੋਂ, ਇਹਨਾਂ ਨੇ ਸ਼ੁਰੂ ਕੀਤੀ ਬ੍ਰਦਰਸ ਐਂਡ ਸਿਸਟਰਸ ਤੋਂ। ਬ੍ਰਦਰਸ ਐਂਡ ਸਿਸਟਰਸ, ਰਿਸ਼ਤਾ ਜੋੜ ਲਿਆ ਪਹਿਲਾਂ ਹੀ। अब कहना लेडीज एंड जेंटलमैन, आदमियों ते औरतों, कहना भरावो ते भैनों, आप तो कॉमन हो गए ना, भाइयों बहनों, भाइयों बहनों। पर किसी को भाई कहना है, किसी को भैन कहना अपने आप च एक बहुत डीप गल है। भाई बनया साइड तो है नहीं तो मुक्का मारूंगा, समझ लो गल। ये कहता भी हाँ हुण दो गल्लां, एक पासे तुसीं नवीं मतलब मॉडर्न हो, बिल्कुल मॉडर्न हाईटैक जिद्दां हुण अपनी हाईटैक क्लास चल रही है, पर नाल नाल साडे प्रिंसीपल्स भी हैगे, सिद्धांत भी हैगे। कोई वड्डा आ गया, किसी दे पेरेंट्स आ गए, उहदे पैरी हत्थ लाने, तो कितना वधिया मिक्सचर बन जू। एक पासे तुसीं बहुत टैक्नीकल तो बहुत हो गए, पर गल करन दी तुहानूं अकल नहीं हैगी, कहेगा हाँ ओए चल। तो जे तुसीं कहना मटीरियलिज्म, क्योंकि विदेशों के जोड़े लोग ने वो मटीरियलिज्म च बिलीव करते हैं। मटीरियलिज्म मतलब यही दुनियावी गल्लां, गड्डी पैसा घर सारा कुछ, पर नाल नाल कहता स्पिरिचुअलिज्म भी लैके आओ। स्पिरिचुअलिज्म सानू साडी जीवन दे विच जान पाऊगा, तो वो मिक्सचर कहता लैके आओ। कहता उन्होंने क्या अंग्रेज़ों भी तुहाडे कोल मटीरियलिज्म है, साडे कोल स्पिरिचुअलिज्म है। जे असीं अपने हाथ मिला लिया एक दूजे नाल तो दुनिया सब तो बेस्ट चीज़ तैयार होगी। ये गल इन्होंने कही सी 1893 हैप्पीनेस फॉर मैनकाइंड वेदांता का प्रचार किया लंडन ते अमेरिका च, वापस आ गए। रामकृष्ण मिशन उदों बाद आके बनाया इन्होंने। उस तो बाद इन्होंने डॉक्टर मतलब जीवा इज शिवा कहता ये तो इलावा डिजास्टर मैनेजमेंट मतलब टीम बनाओ, जेकर साडे देश कोई त्रासदी आती है ना तो फिर उस हैल्प करो लोगों की। वर्ल्ड वाइड रिकोगनीशन हुई इन्हों की, दुनिया च इन्हों जानिया जाता अज भी। स्वामी विवेकानंद, इन्हों का एक बड़ा फेमस कोटेशन है, वो कहते हैं अराइज अवेक एंड स्टॉप नॉट टिल यू अचीव योर गोल। उदों तक मतलब उठो जागो मेहनत करो, उदों तक ना रुको जो तक थोनों अपना गोल नहीं मिलता। ये गल इन्होंने कही सी। उस तो बाद आ गई जी आर्या समाज, स्वामी दयानंद सरस्वती। हुण ये देखो हुण तक जो मैं थोनों पढ़ाया सोशल रिलीजियस मूवमेंट्स आप पढ़ रहे हैं, दो तरह के लोग होंगे ने। तुसीं देखिया पोलिटिकल साइंस दे विच आपां पढ़दे हैं लैफ्ट पार्टी राइट पार्टी, है ना। तुहानूं पता लैफ्ट पार्टी किहड़ी हुंदी है अते राइट पार्टी किहड़ी हुंदी है? दसो मैनूं राइट पार्टी दी एग्जांपल दो। धर्म छड्डो, जे धर्म की गल ही ना करिए आपां। देखो इस टाइम साडे देश जे मैं गल करा बीजेपी एक राइटिस्ट पार्टी है, CPI CPM वगैरह जी पार्टीज़ ने वो लैफ्टिस्ट पार्टीज़ ने। हुण रीजन की है, जो फ्रांस दे विच असैंबली लगती हुंदी सी ना तो जिहड़े लोग लैफ्ट च बैठते सी उन्होंने लैफ्टिस्ट कहण लग गए, जिहड़े लोग राइट च बैठते सी उन्होंने राइटिस्ट कहण लग गए। जिहड़े राइटिस्ट लोग हुंदे ने वो रिवाइवलिस्ट हुंदे ने भी जिद्दां दा साडा देश पहला हैगा सी असीं उदां दा बनाना इहनूं। फिर वो धर्म के तौर पर लै रहे हैं उन्होंने जे जिद्दां मर्जी। लैफ्टिस्ट होंदे ने रेवोल्यूशन करो, नवी चीज़ लैके आओ, अगे बारे कोई पता नहीं की आऊगा आगे, मैं नवा हुण हटा दो, बस कैप्टन हटा दो या बादल हटा दो, पर अगे केजरीवाल उन्होंने भी हटा दो, हटा ही चलो बस। वो पता नहीं भी फिक्स गल नहीं करते कोई। इन्हों का किहड़ा जो इन्होंने सोचा सी कार्ल मार्क्स होरां ने कम्यूनिज्म बारे, वो किहड़ा कुछ उन्होंने मिल गया कुछ उहदा, एक बस आइडियोलॉजी है, पर वो कामयाब हो नहीं सके इन्नी ज़्यादा। हुण आपां गल कर रहे हैं ये जिहड़े सीगे ये रिवाइवलिस्ट सीगे, रिवाइवलिस्ट ग्रुप सीगा इन्हां दा।
ਇਹ ਕਹਿੰਦੇ ਸੀ ਬੈਕ ਟੂ ਦਾ ਵੇਦਾਸ। ਠੀਕ ਹੈ, ਇਹ ਗੱਲ ਤਾਂ ਹੋਰ ਵੀ ਬਹੁਤ ਲੋਕਾਂ ਨੇ ਕਹੀ। ਇਹ ਤੋਂ ਇਲਾਵਾ ਇਹ ਕਹਿੰਦੇ ਸੀ ਇੰਡੀਆ ਫॉर ਇੰਡੀਅਨਸ। ਤਾਂ ਇਹਨਾਂ ਦੇ ਜਿਹੜੇ ਨਾਰੇ ਸੀਗੇ ਤੁਹਾਨੂੰ ਇਹ ਪਤਾ ਲੱਗੂਗਾ ਵੀ ਇਹ ਲੋਕ ਦੁਬਾਰਾ ਪਾਸਟ ਗਲੋਰੀ ਵਾਪਸ ਲੈ ਕੇ ਆਉਣਾ ਚਾਹੁੰਦੇ ਸੀਗੇ। ਜਿਵੇਂ ਆਪਾਂ ਹੁਣ ਕਹਿ ਦਈਏ ਵੀ ਅਸੀਂ ਚਾਹੁੰਦੇ ਹਾਂ ਵੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੁਬਾਰਾ ਆ ਜਾਵੇ, ਹਾਲੇ ਕੋਈ ਚੰਗਾ ਸੀ ਤਾਂ ਆਪਾਂ ਕਹਾਂਗੇ ਬਾਬਾ ਰਿਵਾਈਵਲਿਸਟ ਖਬਰ। ਤਾਂ ਇਹਨਾਂ ਨੇ ਕੀ ਕੀਤਾ, ਕਿਉਂਕਿ ਵੈਸਟਰਨਾਈਜੇਸ਼ਨ ਬਹੁਤ ਫੈਲ ਗਈ ਸਾਡੇ ਦੇਸ਼, ਕ੍ਰਿਸਚੈਨਿਟੀ ਆ ਗਈ ਸੀ। ਹਾਲਾਂਕਿ ਕ੍ਰਿਸਚੈਨਿਟੀ 'ਚ ਕਈ ਗੱਲਾਂ ਬਹੁਤ ਚੰਗੀਆਂ ਸੀਗੀਆਂ, ਅੱਜ ਵੀ ਚੰਗੀਆਂ ਨੇ, ਮਤਲਬ ਉਹ ਵੂਮਨ ਨੂੰ ਇਕੁਅਲ ਕੰਸੀਡਰ ਕਰਦੇ ਨੇ, ਵਿਡੋ ਰੀਮੈਰਿਜ ਵੀ ਹੋ ਜਾਂਦੀ ਹੈ, ਚਾਈਲਡ ਮੈਰਿਜ ਨਹੀਂ ਕਰਦੇ ਵਗੈਰਾ ਵਗੈਰਾ, ਕਈ ਮਾੜੀਆਂ ਗੱਲਾਂ ਵੀ ਹੈਗੀਆਂ ਉਹਨਾਂ 'ਚ। ਪਰ ਇਹਨਾਂ ਨੂੰ ਇਹ ਖਿਲਾਫ ਸੀ ਉਹਦੇ, ਕਹਿੰਦੇ ਵੀ ਕਿਉਂ ਕ੍ਰਿਸਚਨ ਤੋਂ ਕਿਉਂ ਸਿੱਖੀਏ ਅਸੀਂ, ਨਵੀਂ ਚੀਜ਼ ਅਸੀਂ ਆਪ ਕਰਾਂਗੇ ਜੋ ਸੁਧਾਰ ਕਰਨੇ ਨੇ। ਸੁਧਾਰ ਦੀਆਂ ਗੱਲਾਂ ਤਾਂ ਇਹ ਵੀ ਕਰਦੇ ਸੀ, ਇਹ ਵੀ ਕਹਿੰਦੇ ਸੀ ਵੀ ਇਹ ਮਾੜੀ ਗੱਲ ਹੈ, ਕਾਸਟ ਸਿਸਟਮ ਨਹੀਂ ਹੋਣਾ ਚਾਹੀਦਾ, ਇਹ ਮਤਲਬ ਕਿਸੇ ਨਾਲ ਭੇਦਭਾਵ ਕਰਨ ਦੇ ਖਿਲਾਫ ਸੀ। ਸੋ ਲਿਖਿਆ ਨਾ ਕਾਸਟਲੈਸ ਅਤੇ ਕਲਾਸਲੈਸ ਸੋਸਾਇਟੀ 'ਚ ਬਿਲੀਵ ਕਰਦੇ ਸੀ, ਇਹ ਚੰਗੀ ਗੱਲ ਹੈ। ਪਰ ਇਹ ਗੱਲ ਹੈ ਵੀ ਥੋੜ੍ਹੇ ਥੋੜ੍ਹੇ ਡਰਾਬੈਕਸ ਵੀ ਹੁੰਦੀਆਂ ਗਈ। ਪਰ ਇਹਨਾਂ ਦਾ ਜਿਹੜਾ ਹੈਗਾ, ਜਿਹੜੇ ਆਰਿਆ ਸਮਾਜੀ ਸੀਗੇ, ਇਹ ਕਿਤੇ ਨਾ ਕਿਤੇ ਇਹਨਾਂ ਦੇ ਜਿਹੜੇ ਅੱਗੇ ਵਿੰਗਸ ਸੀਗੇ ਉਹ ਕਈ ਹੋਰ ਧਰਮਾਂ ਨਾਲ ਵੀ ਕਲੈਸ਼ ਹੋਣ ਲੱਗ ਗਏ, ਮੁਸਲਿਮ ਧਰਮ ਜਾਂ ਸਿੱਖ ਧਰਮ ਦੇ ਨਾਲ ਵੀ ਕਲੈਸ਼ ਹੋਏ। ਉਹ ਈਵੈਂਟਸ ਹੁੰਦੇ ਨੇ, ਪਰ ਇਹਨਾਂ ਦੀ ਇਹ ਜਿਹੀ ਆਈਡੀਓਲੋਜੀ ਨਹੀਂ ਹੋਣੀ। ਮੂਲ ਸ਼ੰਕਰ ਇਹਨਾਂ ਦਾ ਨਾਮ ਸੀ, ਠੀਕ ਹੈ। ਇਹਨਾਂ ਦੇ ਗੁਰੂ ਹੁੰਦੇ ਸੀਗੇ ਸਵਾਮੀ ਵਿਰਾਜਨੰਦ। ਆਰਿਆ ਸਮਾਜ ਸਭ ਤੋਂ ਪਹਿਲਾਂ ਬੰਬੇ 'ਚ ਬਣਾਇਆ 1875 'ਚ, ਬਾਅਦ 'ਚ ਲਾਹੌਰ ਲੈ ਕੇ ਆ ਗਏ। ਉੱਥੇ ਆ ਕੇ ਇਹਨਾਂ ਨੇ ਸਤਿਆਰਥ ਪ੍ਰਕਾਸ਼ ਨਾਮ ਦਾ ਇੱਕ ਅਖਬਾਰ ਸ਼ੁਰੂ ਕੀਤਾ, ਜਿਹਨੂੰ ਕਹਿੰਦੇ ਨੇ ਟਰੁਥ ਟੈਲਰ, ਸਤਿਆਰਥ ਪ੍ਰਕਾਸ਼, ਟਰੁਥ ਟੈਲਰ। ਫਿਰ ਫੋਰਨ ਰੂਲ ਤੋਂ ਆਜ਼ਾਦ ਕਰੋ ਇੰਡੀਆ ਨੂੰ, ਕਹਿੰਦੇ ਆਰੀਅਨਸ, ਜਿਹੜਾ ਆਰੀਅਨ ਧਰਮ ਹੈ ਉਹ ਲੈ ਕੇ ਆਓ, ਬੈਕ ਟੂ ਦਾ ਵੇਦਾਸ, ਵੇਦਾਸ ਇਨਫੋਲੇਬਲ ਨੇ, ਵੈਦਿਕ ਲਰਨਿੰਗ ਕਰੋ, ਅਸੈਪਟ ਕਰੋ ਮਾਡਰਨਿਜ਼ਮ। ਮਾਡਰਨਾਈਜੇਸ਼ਨ ਨੂੰ ਮਾੜਾ ਨਹੀਂ ਕਹਿੰਦੇ ਸੀ, ਮਾਡਰਨਾਈਜੇਸ਼ਨ ਲੈ ਕੇ ਆਓ, ਪਰ ਧਰਮ ਆਪਣੇ ਰੱਖੋ। ਪੈਟਰੀਓਟਿਕ ਐਸਪੈਕਟ ਸੀਗਾ ਇਹਨਾਂ ਦਾ, ਮਤਲਬ ਰਾਸ਼ਟਰਵਾਦੀ ਐਸਪੈਕਟ ਸੀਗਾ। ਇਹ ਵੀ ਮੋਨੋਥਿਜ਼ਮ 'ਚ ਬਿਲੀਵ ਕਰਦੇ ਸੀ। ਆਹ ਲਾਈਨ ਵੈਸੇ ਹੀ ਲੱਗੀ ਹੋਈ ਹੈ, ਇਹ ਗੱਲ ਵੀ ਇਹ ਕਹਿੰਦੇ ਸੀ। ਤਾਂ ਸਾਰੀਆਂ ਗੱਲਾਂ ਦੇਖੋ, ਕਰਮ ਦੀ ਗੱਲ ਕਰਦੇ ਸੀ, ਡੈਸਟੀਨੀ ਕੁਛ ਨਹੀਂ ਹੁੰਦੀ। ਕਹਿੰਦੇ ਤੁਸੀਂ ਸੋਚਦੇ ਹੋ ਵੀ ਮੇਰੀ ਕਿਸਮਤ ਹੈ, ਕਿਸਮਤ ਕੀ ਹੁੰਦੀ ਹੈ? ਮਿਹਨਤ ਕਰ ਲਓ, ਕੰਪੀਟੀਸ਼ਨ ਕਲੀਅਰ ਕਰ ਲਓ, ਕਿਸਮਤ ਵਧੀਆ ਹੋਗੀ। ਮਿਹਨਤ ਨਾ ਕਰੋ, ਧੱਕੇ ਖਾਓ, ਕਿਸਮਤ ਮਾੜੀ ਹੋਗੀ। ਕਿਉਂ ਸੁਰਜੀਤ ਜੀ? ਠੀਕ ਹੈ ਨਾ ਜੀ। ਤਾਂ ਸਾਰੇ ਇਹਦੇ ਫੈਕਟਸ ਲਿਖੇ ਹੋਏ ਨੇ, ਮੈਂ ਜ਼ਿਆਦਾ ਨਹੀਂ ਕਰੂੰਗਾ। ਇਹ ਕਹਿੰਦੇ ਸੀ 25 ਸਾਲ ਕਰੋ ਮੁੰਡਿਆਂ ਵਾਸਤੇ ਮੈਰਿਜ ਦੀ ਏਜ, 16 ਸਾਲ ਕੁੜੀਆਂ ਵਾਸਤੇ ਕਰੋ ਮੈਰਿਜ ਦੀ ਏਜ। ਉਹਨਾਂ ਦੇ ਨਾਲ ਤਾਂ ਇਹ ਗੱਲ ਕਰਨੀ ਬਹੁਤ ਵੱਡੀ ਸੀ, ਕਿਉਂਕਿ ਉਹ ਤੋਂ ਬੱਚਿਆਂ ਛੋਟੇ ਛੋਟੇ ਵਿਆਹ ਹੋ ਜਾਂਦੇ ਸੀ। ਬੱਚਾ ਪੈਦਾ ਬਾਅਦ 'ਚ ਹੋ ਰਿਹਾ, ਪਹਿਲਾਂ ਹੀ ਕਹਿਤਾ ਵੀ ਤਾਂ ਵਿਆਹ ਇਹਦੇ ਨਾਲ ਹੋਊਗਾ। ਇੱਦਾਂ ਹੀ ਹੁੰਦਾ ਸੀ, ਹੁਣ ਨਹੀਂ ਮਜ਼ਾਕ 'ਚ ਕਹਿ ਦਿੰਦੇ, ਕਹਿੰਦੇ ਹੀ ਹੈ ਇੰਟਰਕਾਸਟ ਮੈਰਿਜ ਅਤੇ ਵਿਡੋ ਮੈਰਿਜ ਹੋਣੀ ਚਾਹੀਦੀ ਹੈ। ਚੰਗੀ ਗੱਲ ਸੀ, ਕੋਈ ਮਾੜੀ ਗੱਲ ਤਾਂ ਨਹੀਂ। ਪਰ ਬਾਅਦ ਦੇ ਵਿੱਚ ਕੀ ਹੁੰਦਾ, ਓਰੀਜਨਲ ਟੀਚਿੰਗਸ ਨੂੰ ਭੁੱਲ ਕੇ ਲੋਕ ਕਲੇਸ਼ ਕਰਦੇ ਆ, ਫਿਰ ਉਹ ਤਾਂ ਬਾਅਦ ਦੀਆਂ ਗੱਲਾਂ ਨੇ। ਇਹਨਾਂ ਦੇ 10 ਗਾਈਡਿੰਗ ਪ੍ਰਿੰਸੀਪਲ ਸੀਗੇ, ਮੈਂ ਜ਼ਿਆਦਾ ਨਹੀਂ ਇਹ 'ਚ ਜਾਊਂਗਾ, ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਗੋਡ ਜਿਹੜਾ ਹੈਗਾ ਨੌਲੇਜ ਨਾਲ ਮਿਲੂਗਾ। ਗੌਤਮ ਬੁੱਧ ਕੀ ਕਹਿੰਦੇ ਸੀ? ਬੁੱਧ ਕਿ ਅਸੀਂ ਬੁੱਧ ਨਹੀਂ ਮੰਨ ਸਕਦੇ, ਬਣ ਜਾਓ, ਨੌਲੇਜ ਪ੍ਰਾਪਤ ਕਰ ਲਓ, ਬੁੱਧ ਬਣ ਜਾਓ। ਜੈਨ ਵੀ ਤਾਂ ਕਹਿੰਦੇ ਨੇ ਰਾਈਟ ਨੌਲੇਜ, ਰਾਈਟ ਫੇਥ, ਰਾਈਟ ਕੰਡਕਟ, ਲੈ ਲਓ ਰਾਈਟ ਨੌਲੇਜ। ਜੈਨਾਂ ਦਾ ਮਤਲਬ ਜਿੱਤਣਾ। ਜੈਨ ਕੋਈ ਐ ਥੋੜੀ ਵੀ ਉਹ ਜੈਨ ਹੈ ਮੈਂ ਫਲਾਣਾ ਉਹ ਟਮਕਾਣਾ, ਨਾ, ਜਿੱਤਣਾ। ਜੇ ਆਪਾਂ ਪੜ੍ਹ ਲਏ ਯਾਰ ਨਾ, ਫਿਰ ਸਾਡੇ ਵਾਸਤੇ ਕੁਝ ਰਹਿ ਨਹੀਂ ਜਾਣਾ। ਹਿੰਦੂ, ਸਿੱਖ, ਮੁਸਲਿਮ, ਈਸਾਈ, ਅਸੀਂ ਸੋਚਣਾ ਹੀ ਨਹੀਂ ਇੱਦਾਂ ਕਦੇ। ਤੇ ਨਾ ਪੜ੍ਹੋ, ਮਾਰੋ ਟੱਕਰਾਂ ਇੱਕ ਦੂਜੇ 'ਚ, ਸਿਰ ਪਾੜੋ ਇੱਕ ਦੂਜੇ ਦੇ। ਇੰਜੋਏ, ਕਿਉਂਕਿ ਇੰਜੋਏ ਤਾਂ ਉਸੇ 'ਚ ਹੀ ਹੈ। ਸੋ ਦਿਸ ਇਜ਼। ਲੇਕਿਨ ਜਦੋਂ ਪੜ੍ਹ ਲਿਆ ਕੀ ਇਹ ਕਿ ਇੱਕ ਗੱਲ ਮਾੜੀ ਦੱਸ, ਇੰਡੀਵਿਜੂਅਲ ਵੈਲਬੀਂਗ, ਹਰ ਇਨਸਾਨ ਵਧੀਆ ਜ਼ਿੰਦਗੀ ਜੀਵੇ ਕਿ ਨਾ ਜੀਵੇ। ਸਰ ਆਰਟੀਕਲ ਨੰਬਰ 21 ਸੰਵਿਧਾਨ ਦਾ ਕੀ ਕਹਿੰਦਾ? ਰਾਈਟ ਟੂ ਲਾਈਫ, ਠੀਕ ਹੈ ਨਾ। ਅਪਲਿਫਟਮੈਂਟ ਆਫ ਅਦਰਸ, ਕੱਲਾ ਆਪਣੇ ਹੀ ਨਾ ਸੋਚੋ, ਬਾਕੀਆਂ ਦਾ ਵੀ ਧਿਆਨ ਰੱਖੋ। ਸਹੀ ਗੱਲ ਹੈ। ਸਰਬੱਤ ਦਾ ਭਲਾ, ਗੁਰਬਾਣੀ ਵੀ ਇਹੀ ਗੱਲ ਕਹਿੰਦੀ ਹੈ। ਡਿਸਪੈਲ ਇਗਨੋਰੈਂਸ, ਆਕੜ ਬਾਹਰ ਕੱਢ ਦੋ। ਮੌਤ ਮਾਰਦੀ ਨਾ ਬੰਦੇ ਨੂੰ ਤਾਂ ਉਹ ਠੀਕ ਹੈ, ਦੈਟ ਇਜ਼ ਗੁੱਡ। ਜਿਹੜੀ ਚੀਜ਼ ਚੰਗੀਆਂ ਨੂੰ ਚੰਗਾ ਕਹਿਣਾ ਚਾਹੀਦਾ। ਲਵ ਐਂਡ ਜਸਟਿਸ, ਜਿਨ ਪ੍ਰੇਮ ਕੀਓ
तिन ही प्रभ पायो। जस्टिस जहांगीर ने कि अपने घर के बाहर नहीं लाई हुई सी चेन जस्टिस की, भी जे किसी को दिक्कत है तो खड़का दो आके, मैं जस्टिस दूंगा। धर्म जिहड़ा हैगा वो कहता साडे जिहड़े सारे एक्शन ने वो धर्म ही डिसाइड करता। गल भी सही है। तुसीं सवेरे सवेरे गुरुद्वारे जाके आओ या मंदिर जाके आओ, माइंड ठंडा होके, यही सवेरे सवेरे गाने सुन लो हाई बीट, वो डिसाइड करेंगे साडा एक्शन पूरे दिन का। तुसीं गड्डी च ना कोई तगड़ा गाना ला दो, वो स्पीड मैं 220 दी चलाओ, फिर चलाओ गड्डी 220 ते मरो। सही गल है ना भाई। यही तुसीं गुरबाणी लाओ, आराम नाल चलो, वाहिगुरू वाहिगुरू सिमरन करते जाओ, आराम नाल पहुंचोगे, सही सलामत पहुंचोगे। इत्थे ला लो तुसीं मूसे वाले दे गाने, नाल तां आप मरोगे नाल किसी होर नूं लैके मरोगे। धर्म कर्म चलो जी ठीक है। बाकी हर तरह की वो करो, ये नहीं है भी कल्ले वही बस साधु संत बन के बैठे रहो, बस पैसा कमाओ, वधिया लाइफ जियो, चंगी कोठी पाओ, चंगी गड्डी रखो, इंजॉय द लाइफ बट विद सम एथिक्स। आ सारी इन्हां दी हैगियां। कुछ एक दो गल्लां होर ने। तुसीं देखो जदों दयानंद सरस्वती की डैथ हो गई ना, उस तो बाद की होया, हालांकि इन्होंने DAV स्कूल कॉलेजेस वगैरह खोले तो दो हिस्सों में वंडिया गया है DAV स्कूल, खास करके एजुकेशन सिस्टम इन्हों का। एक तो बन गई जी कॉलेज पार्टी या कल्चरल पार्टी, एक बन गई महात्मा या गुरुकुल पार्टी। नाम तो ही क्लीयर है। कॉलेज पार्टी मतलब सारे जिहड़े लाला हंसराज, लाला लालचंद, लाला लाजपत राय, ये सब कहते भी इंग्लिश मीडियम रखो, क्योंकि जे तुसीं अंग्रेज़ां नूं साडे देश चों बाहर कढना है तो उन्हां दी ही भाषा सीख के, उन्हां दे ही पैंतरे बना के तुसीं उन्हां नूं बाहर कढ सकदे हो। तो दूजे जिहड़े महात्मा पार्टी सी, गुरु दत्ता, विद्यार्थी, लाला मुंशी राम, है ना, श्रद्धानंद, ये सब कहते नहीं गुरुकुल संस्कृत, संस्कृत पढ़ो। ठीक है, इन्होंने अपने विचार सीगे, इन्होंने आपस में लड़ाई पै गई, फिर वही गल हुई बाद दे विच समाज। हालांकि DAV स्कूल्स तो अज भी देखो बुलंदियां ते ने, DAV स्कूल्स ते DAV कॉलेजेस ने जिहड़े इन्होंने चलाए हुए उदों दे, उन्होंने टीचिंग्स तो चल रहे हैं। अच्छा, उस तो बाद असीं गल करते हैं कन्या महाविद्यालय खोले इन्होंने जलंधर खोलिया, हुण भी हैगा वो। विडोज की एजुकेशन की गल की, चंगियां गल्लां ने सारियां। वैजीटेरियनिज्म का मेन पंगा जी। हुण जिहड़े पहलां वाले ने ना, जिहड़ा कॉलेज पार्टी वाले ने, ये कहते जो खाना खा लो, चिकन खाना है खा लो, किड्डी गल होगी। वो कहते नो, पाप लगूगा, इस जन्म च तुसीं चिकन खाओगे, अगले जन्म च चिकन थानू खाऊगा, ठूंगा मार मार के खाऊगा नाले। बस वही चक्कर पै गया आपस च। पर फिलहाल अज की डेट च इन्होंने फिर वैजीटेरियनिज्म ही स्टिक किया। वो तो अपनी चॉइस है ना जी, ये कहते असीं वैजीटेरियन, ठीक है डन। 1893 स्प्लिट भी हुई, पर हुण उस तो बाद शुद्धि मूवमेंट इन्होंने चलाई हुई है। आर्य समाज की गल कर रहे हैं, जी पेपर वास्ते इंपॉर्टेंट चीज़ां ने। शुद्धि अंदोलन, शुद्धि शुद्ध शुद्ध तो इदा ही होगा। एक तो अपना धर्म अपनाओ, जो धर्म थोड़ा ओरिजिनल है, कुरीतियां छड्डो, वैजीटेरियनिज्म अपनाओ वगैरह वगैरह। बस उस तो बाद अगला एक होर संस्था आ गई जी, सेवा सदन, BM मालाबरी। ये जिहड़े सीगे एक पारसी सीगे, इन्होंने भी चाइल्ड मैरिज के खिलाफ जिहड़ा हैगा आवाज़ उठाई, विडो रीमैरिज की गल की। एक बहुत इंपॉर्टेंट एक्ट है जी, एज ऑफ कंसेंट एक्ट 1891, जिहदे विच फीमेल दी जिहड़ी आ ओह एज एक फिक्स कर दी गई मैरिज वास्ते। उस तो बाद इन्होंने देखो होर की किया, इंडियन स्पैक्टेटर नाम का इन्हों का एक अखबार सीगा, इंडियन स्पैक्टेटर। ये इंपॉर्टेंट चीज़ां हो जांदियां ने। हजे राजा राम मोहन रॉय दी जिहड़ियां इंपॉर्टेंट वर्क्स, जिन्हें भी मैं थोड़ा परसनैलिटीज़ करा रहा, इन्हों के जिहड़े वर्क्स ने वो मैं थोड़ा ग्रुप च भेज दूंगा, स्पैशली उस पढ़ लियो। जिद्दां संवाद कौमुड़ी बंगाली राजा राम मोहन रॉय दे, ठीक है ना। अच्छा, एक इंडियन गैजेट सीगा, इंडियन गैजेट सीगा थोड़ा हैनरी विवियन डेरोजियो का, थोड़ी बुक च मैंशनड है। देव समाज लाहौर दे विच चलिया, ब्रह्मो के फॉलोअर सीगे, वही ब्रह्मो समाज के फॉलोअर सीगे, देव शास्त्री, ठीक है, देव शास्त्र। इस तो इलावा ये इन्हों के अखबार सीगे देव शास्त्र और देव धर्म, देव समाज लाहौर। इन्ना ज़्यादा इंपॉर्टेंट नहीं है पूछना। धर्म सभा ये बहुत इंपॉर्टेंट है जी।
हिंदू कॉलेज खोलिया सी राजा राम मोहन राय ने डेविड हेयर दे नाल मिल के। जदों खोलन की प्रक्रिया चल रही सी ना, पैसा पूसा इकट्ठा कर रहे सी, ये आ गया जी, ये मिलिया उतों की टीम नूं, कहता मैं सारी फंडिंग करने को तैयार हाँ हिंदू कॉलेज खोलने वास्ते, पर कहना राजा राम मोहन राय नूं बाहर कढ़ दो। ये कहते क्यों? कहते पागल है। वो कहते क्यों? कहते सती बैन कराने फिरदा, सती को बैन कराना चाहिए नहीं ना? ये कहता नहीं करया करो। सो कहने का मतलब सती इन्नी पसंद सी उन्होंने भी सती करनी करना। तो हमेशा ब्रह्मो समाज के आइडियाज़ के खिलाफ बोलिया, यह काम ही इसी पैदा ही इस वास्ते होया सी भी ब्रह्मो समाज ने कहता दिन है, कहता रात है, वो कहता सती बैन करनी, कहता नहीं करनी। कहता वो कहता मतलब पढ़ाई लिखाई करो, कहता ना करो, लाइक दैट। तो बस अपोज करने वाले तो होंगे ही नहीं ना, हेटर्स। चलो भारत धर्म महामंडला, महामंडला एम तो मदन मोहन मालवीया, ठीक है ना। हाँ हुण गल ये सी आर्या समाज, राधा रामाकृष्ण मिशन, ये सब मॉडर्निज्म की गल करते सी, मॉडर्न मॉडर्न मॉडर्न। ये कहते गलत है, मॉडर्निज्म नहीं आना चाहिए। हिंदू ट्रेडिशन काफ़ी मतलब वॉज अ स्टाउंच हिंदू। धर्म महामंडली बनाई करते करते मतलब यह फिर तुम याद रखना कि मदन मोहन मालवीया ने हैडकुआटर बनाए सी ये कितने, भारत धर्म महामंडल के कितने, वाराणसी। ते तो इलावा सनातन धर्म सभा भी इन्हों बिलोंग करती है, इन्हों का ही पार्ट सी ये सीगा। हुण राधा स्वामी मूवमेंट आ गई जी, ये बारे तो तुहानूं जानकारी होगी कि आगरा दे विच मूवमेंट शुरू हुई। शिव दयाल साहिब या तुलसी राम जी ने इन्हू शुरुआत की। ही वॉज अ बैंकर, ही वॉज एन आड़तिया इन आगरा। तो यह बाद दे विच जाके आपां नूं पता जिहड़ा हुण आपां डेरा देखते हैं, जिहड़ा मशहूर डेरा है ब्यास का, वह बाबा जैमल सिंह का डेरा है। वह भी पहला उन्होंने ही फॉलोअर होंदे सी, बाद उन्होंने अपना डेरा शुरू कर लिया ब्यास दे विच आके। हुण इन्हां दी प्रिंसीपल्स असीं सवेरे भी डिस्कस कर रहे थे, मेरे ख्याल तुसीं मौजूद सी क्लास च, कि यह भी किते ना किते सत्संग के उपर फोकस करते हैं। राधा स्वामी सत्संग वास्ते मशहूर है। सिंपल सोशल लाइफ जियो, स्पिरिचुअल अटेनमेंट, मैडिटेशन, सत्संग करो, जिहड़ा दुनियादारी दी गल्लां नूं छड्ड दो, टैंपल ना बनाओ, चैरिटी करो, सर्विस करो, लोगों की सेवा करो, प्रेयर करो। इस तो इलावा देखो ब्यास दे विच मैं तुहानूं दस्सिया बाबा जैमल सिंह, उस तो बाद करते करते हुण जिहड़े ब्यास दे प्रमुख ने वो कौन ने, बाबा गुरिंदर सिंह ढिल्लों, ठीक है जी। तो राधा मतलब की होंदा, राधा का मतलब होंदा आत्मा, स्वामी का मतलब परमात्मा। तो आत्मा नूं परमात्मा दे नाल जोड़ना है, वो जिद्दां मर्जी जोड़ लो, थोड़ी मर्जी आउण। ये कहते हैं मैडिटेशन करो, वो तो अपने हाथ च है ना जी। श्री नारायण गुरु धर्म परिपालन मूवमेंट। तो श्री नारायण गुरु ये केरला दे विच एक कम्यूनिटी होंदी सी इजावा, वो टोडी टिप्पर सीगे, अक्सर वो नशीले पदार्थों का सेवन करते होंदे सीगे, तो उन्होंने लोग रिस्पैक्ट नहीं दिंदे सी, लोअर कास्ट मानते सी। उन्होंने लिए श्री नारायण गुरु स्वामी ने आह श्री नारायण गुरु धर्म परिपालन मूवमेंट शुरू की। कहते उन्होंने टैंपल के एंट्री दवानी है, टैंपल च नहीं बढ़न दिंदे सी दलित्स नूं, किन्ने किलोमीटर दूर रहो कहते तुसीं। पहला दलित का बहुत बुरा हाल सीगा, जे शहर दे विच आउणा है ना तो लक्कड़ के 2 पीस रखे होंदे सी उन्होंने, तो उन्होंने मार मार के आउणा ताकि लोग ने जिहड़े बाकी वो तुहानूं देख ना सकण। देखना पसंद नहीं करते सी लोग दलित्स नूं ते अनटचेबल्स नूं। तो फिर इन्होंने उन्होंने हकों के लिए काम किया। इन्होंने अरावीपुरम नाम की एक जगह हैगी केरला के विच, उत्थे इन्होंने शिवलिंग इंस्टॉल करवाया दलित्स के लिए। फिर हायर कास्ट की मोनोपोली को ब्रेक करने के लिए इन्होंने कई सारे आश्रम वगैरह खोले, ठीक है। सोसाइटी टू प्रोग्रेस मटीरियली एंड स्पिरिचुअली, इन्होंने सोसाइटी बनाई, कादे लिए प्रोग्रेस मटीरियली एंड स्पिरिचुअली सोसाइटी बनाई, रजिस्टर करवाई सोसाइटी। फिलहाल आप इन्ना ही पढ़िए कि स्वामी नारायण जिहड़े श्री नारायण गुरु सीगे, इन्हां दा संबंध हैगा जिहड़ी टैंपल एंट्री मूवमेंट के लिए। टैंपल एंट्री अज भी अपोज किया जाता है। देखो आप देखते हैं यार शहरों पिंडों गुरुद्वारे अड अड ने, यह जट्टां दा गुरुद्वारा है, यह मजहबी सिखां दा गुरुद्वारा है, यह रामदासियां दा गुरुद्वारा है, यह रविदासियां दा गुरुद्वारा है,
ਰੋਂਗ, ਬੈਡ। ਜਿਹੜੀ ਫਾਊਂਡੇਸ਼ਨ ਜਿੱਥੋਂ ਸ਼ੁਰੂ ਹੋਈ ਹੈ ਮੰਦਰਾਂ ਦਾ ਹੀ ਸਿਸਟਮ ਹੈ, ਤਾਂ ਦਿਸ ਇਜ਼ ਰੋਂਗ। ਇਹ ਇਹਨਾਂ ਨੇ ਉਹਦੇ ਬਾਰੇ ਗੱਲ ਕੀਤੀ। ਹੋਰ ਕੁਝ ਇੰਪੋਰਟੈਂਟ ਪੁਆਇੰਟਸ ਨੇ, ਦੇਖਾਂਗੇ, ਡਿਸਕਸ ਕਰਾਂਗੇ। ਵੋਕਾ ਲੀਗਾ ਸੰਘ ਮਾਇਸੂਰ ਚ ਸੀ, ਇੰਪੋਰਟੈਂਟ ਨਹੀਂ ਹੈਗਾ। ਜਸਟਿਸ ਮੂਵਮੈਂਟ ਵੈਰੀ ਇੰਪੋਰਟੈਂਟ। ਜਸਟਿਸ ਪਾਰਟੀ ਮੂਵਮੈਂਟ ਜਿਹੜੀ ਹੈ ਇਹਨੂੰ ਸ਼ੁਰੂ ਕੀਤਾ ਮਦਰਾਸ ਦੇ ਵਿੱਚ CM ਮੁਦਾਲੀਆਰ, TM ਨਈਅਰ ਅਤੇ P ਥਿਆਗਰਾਜ ਨੇ। ਇਹਨਾਂ ਦਾ ਮੇਨ ਕੰਮ ਕੀ ਸੀਗਾ, ਜਿਹੜੇ ਨੌਨ ਬ੍ਰਾਹਮਣ ਨੇ, ਲੋਅਰ ਕਾਸਟ ਲੋਕ ਨੇ, ਉਹਨਾਂ ਵਾਸਤੇ ਜੋਬਸ ਰਿਪਰੈਜ਼ੈਂਟੇਸ਼ਨ ਕਰਨੀ। ਆਪਣੇ ਇੱਥੇ ਜਿਵੇਂ ਨਾਰਥ ਇੰਡੀਆ 'ਚ ਹੁੰਦਾ ਨਾ ਬ੍ਰਾਹਮਣ, ਛਤਰੀ, ਵੈਸ਼ਯ, ਸ਼ੂਦਰ, ਸਾਊਥ ਇੰਡੀਆ 'ਚ ਇਹ ਜਿਹਾ ਕੁਛ ਨਹੀਂ ਹੁੰਦਾ। ਜਾਂ ਤੁਸੀਂ ਬ੍ਰਾਹਮਣ ਹੋ ਜਾਂ ਤੁਸੀਂ ਬ੍ਰਾਹਮਣ ਨਹੀਂ ਹੈਗੇ, ਦੈਟਸ ਇਟ। ਸਮਝ ਲਓ। ਤਾਂ ਮਦਰਾਸ ਪ੍ਰੈਜ਼ੀਡੈਂਸੀ ਐਸੋਸੀਏਸ਼ਨ ਬਣਾਈ ਇਹਨਾਂ ਨੇ। ਸੋ ਦੇਖੋ C ਨਟੇਸ਼ਨ, ਇਹ ਵੀ ਇਹਨਾਂ ਦੇ ਇੱਕ ਮੈਂਬਰ ਸੀਗੇ। ਸੈਲਫ ਰਿਸਪੈਕਟ ਮੂਵਮੈਂਟ EV ਰਾਮਾਸਵਾਮੀ ਨਾਇਕਰ, EV ਰਾਮਾਸਵਾਮੀ ਨਾਇਕਰ, ਠੀਕ ਹੈ ਨਾ। ਇਹ ਹੈਗੀ ਆਪਣੀ, ਇਹਨਾਂ ਨੂੰ ਪੇਰੀਆਰ ਵੀ ਕਿਹਾ ਜਾਂਦਾ ਸੀਗਾ। ਪੇਰੀਆਰ ਨਦੀ ਆ, ਪੇਰੀਆਰ ਦਾ ਮਤਲਬ ਵੈਸੇ ਵੱਡਾ ਭਰਾ ਹੁੰਦਾ, ਰਿਸਪੈਕਟੇਬਲ। ਤਾਂ ਇਹਨੂੰ ਦ੍ਰਾਵਿਡੀਅਨ ਮੂਵਮੈਂਟ ਦਾ ਪਿਤਾ ਕਿਹਾ ਜਾਂਦਾ। ਜਿਹੜੀ DMK ਪਾਰਟੀ ਹੈ ਨਾ, ਆਲ ਇੰਡੀਆ AIDMK, ਉਹ ਇਹਨਾਂ ਦੀ ਹੀ ਉਹ ਤੋਂ ਬਣੀ ਹੈ, ਮਤਲਬ ਅੱਗੇ ਜਾ ਕੇ ਇਸ ਸੈਲਫ ਰਿਸਪੈਕਟ ਮੂਵਮੈਂਟ ਤੋਂ ਹੀ ਅੱਗੇ ਜਾ ਕੇ ਬਣੀ ਉਹ। द्राविड़ मुनित्र कज़गम, टेंपल एंट्री मूवमेंट एक होर सीगी, TK माधवन ने चलाई। सगों गांधी भी उत्थे गए सीगे। वाईकॉम मूवमेंट हुई, देखो कई सारे मूवमेंट्स ने इत्थे। जिद्दां तुसीं पहला देखो TK माधवन ने देशभूमि नाम की एक संस्था चलाई। फिर उस तो बाद वाईकॉम मूवमेंट हुई, KP केशव, महात्मा गांधी भी गए सी। महात्मा गांधी भी तो गल करते सी। टेंपल एंट्री मूवमेंट की गल हो रही है इत्थे। टेंपल एंट्री, टेंपल एंट्री नहीं दी जाती पहले। इंडियन सोशल कॉन्फ्रेंस वेरी इंपॉर्टेंट, MG राणा डे, यह भी बॉम्बे प्रेजिडेंसी एज अ जज इन्होंने सर्व किया। MG राणा डे, रघुनाथ राव। इंडियन नैशनल सोशल कॉन्फ्रेंस या इंडियन सोशल कॉन्फ्रेंस, यह INC का ही पार्ट सी। INC पोलिटिकल एक्टिविटीज़ करती सी, यह सोशल एक्टिविटीज़ करती सी। इंटरकास्ट मैरिजेस, पॉलीगैमी, क्यूलिनिज्म, पॉलीगैमी मतलब एक तो ज़्यादा ब्याह कराना, इन्होंने जिन्हें खिलाफ सी, चाइल्ड मैरिज के खिलाफ सी। सो यही से आज का टॉपिक सोशियो रिलीजियस रिफॉर्म मूवमेंट्स। होर बड़िया सारिया ने, जिदा मैं तुहानूं निरंकारियों बारे नहीं पढ़ाया, नामधारी कूकियां बारे नहीं पढ़ाया, तो बेस थोड़ी थोड़ी गल्लां जिहड़ियां आपां अगे जाके डिस्कस कर लांगे। अज मैं नई लैक्चर तैयार किया सी। डन। तो फिर